ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਰੰਟ ਅਫੇਅਰਸ ਦੇ ਵਿੱਚ ਦੇਖੋ ਆਪਾਂ 1 ਤੋਂ ਲੈ ਕੇ 15 ਅਗਸਤ ਤੱਕ ਜਿਹੜੀਆਂ ਵੀਡੀਓਜ਼ ਨੇ ਆਲਰੇਡੀ ਚੈਨਲ 'ਤੇ ਅਪਲੋਡਡ ਨੇ, ਉਹ ਤੁਸੀਂ ਦੇਖ ਸਕਦੇ ਹੋ। ਹੁਣ ਆਪਾਂ MCQs ਕਰਨੇ ਨੇ ਇਸ ਵੀਡੀਓ ਦੇ ਵਿੱਚ। 1 ਤੋਂ ਲੈ ਕੇ 15 ਅਗਸਤ ਤੱਕ ਦੇ ਜਿਹੜੇ ਵੀ ਇੰਪੋਰਟੈਂਟ MCQs ਨੇ ਉਹ ਮੈਂ ਇਸ ਵੀਡੀਓ ਦੇ ਵਿੱਚ ਇਨਕਲੂਡ ਕੀਤੇ ਨੇ। ਇਸ ਵੀਡੀਓ ਨੂੰ ਦੇਖੋ, ਜਦੋਂ ਵੀ ਕੋਈ ਕੁਐਸਚਨ ਆਊਗਾ ਉਹਨੂੰ ਇੱਕ ਵਾਰ ਪੌਜ਼ ਕਰਕੇ ਖੁਦ ਰੀਡ ਕਰਕੇ ਖੁਦ ਉਹਦਾ ਆਨਸਰ ਮਾਈਂਡ 'ਚ ਸੋਚਣਾ, ਉਸ ਤੋਂ ਬਾਅਦ ਹੀ ਉਹਦਾ ਆਨਸਰ ਦੇਖਣਾ। ਇਸੇ ਤਰੀਕੇ ਨਾਲ ਤੁਹਾਡੀ ਜਿਹੜੀ ਰਿਵੀਜ਼ਨ ਹੈ ਬਹੁਤ ਵਧੀਆ ਵੇ ਨਾਲ ਹੋ ਜੂਗੀ। ਠੀਕ ਹੈ ਜੀ। ਫਨਕਾਰ ਸਰ ਦੀਆਂ ਵੀਡੀਓਜ਼ ਦੇਖੋ ਅਨਅਕੈਡਮੀ 'ਤੇ ਵੀ ਪਈਆਂ ਨੇਗੀਆਂ, ਉਹਨਾਂ ਦੇ ਲਾਈਵ ਲੈਕਚਰਸ ਵੀ ਉੱਥੇ ਹੁੰਦੇ ਨੇ, ਫ੍ਰੀ ਆਫ ਕਾਸਟ ਵੀ ਬਹੁਤ ਸਾਰੀਆਂ ਉੱਥੇ ਵੀਡੀਓਜ਼ ਉਹਨਾਂ ਦੀਆਂ ਪਈਆਂ ਨੇ। ਠੀਕ ਹੈ, ਉਹਨਾਂ ਨੂੰ ਚੈੱਕਆਊਟ ਜ਼ਰੂਰ ਕਰ ਲਿਓ ਇੱਕ ਵਾਰ। ਡਿਸਕ੍ਰਿਪਸ਼ਨ ਬਾਕਸ ਹੈ ਜਿਹੜਾ, ਵਿਜ਼ਿਟ ਜ਼ਰੂਰ ਕਰ ਲਿਓ। ਠੀਕ ਹੈ ਜੀ। ਪਹਿਲੇ ਕੁਐਸਚਨ ਤੋਂ ਸਟਾਰਟ ਕਰਦੇ ਹਾਂ। ਰੀਸੈਂਟਲੀ ਹੂ ਡੈਵਲਪਡ ਏ ਮੈਡੀਕਲ ਬੈੱਡ ਕਾਲਡ ਐਸ਼ਰਿਆ ਟੂ ਡੀਲ ਵਿਦ ਕੋਵਿਡ-19। ਕੋਵਿਡ-19 ਨਾਲ ਡੀਲ ਕਰਨ ਲਈ ਕਿਹਨੇ ਐਸ਼ਰਿਆ ਨਾਮ ਦਾ ਬੈੱਡ ਡੈਵਲਪ ਕੀਤਾ ਹੈ? ਆਪਸ਼ਨ A DRDO, ਆਪਸ਼ਨ B ਭੇਲ, ਆਪਸ਼ਨ C ਡਾਇਟ, ਆਪਸ਼ਨ D ਹੈਗਾ IIT ਖੜਗਪੁਰ। ਇਹਨਾਂ ਚਾਰਾਂ ਦੇ ਵਿੱਚੋਂ ਪਹਿਲਾਂ ਆਪਣਾ ਸਹੀ ਆਨਸਰ ਆਪਣੇ ਮਾਈਂਡ ਸੋਚ ਲਓ। ਹਾਂਜੀ, ਇਹਦਾ ਸਹੀ ਆਨਸਰ ਹੈਗਾ ਡਾਇਟ। ਡਾਇਟ ਨੇ ਹੀ ਡੈਵਲਪ ਕੀਤਾ ਹੈ ਬੈੱਡ ਜਿਹਦਾ ਨਾਮ ਹੈਗਾ ਐਸ਼ਰਿਆ। ਠੀਕ ਹੈ, ਮੈਡੀਕਲ ਬੈੱਡ ਹੈ ਇਹ ਕਿਸ ਤਰੀਕੇ ਦਾ ਬੈੱਡ ਹੋਊਗਾ? ਜਿੱਦਾਂ ਇੱਕ ਮੰਨ ਲਓ ਕੋਈ ਪ੍ਰੋਪਰ ਬੈੱਡ ਹੈ, ਉਹਦੇ ਆਸੇ ਪਾਸੇ ਲਾਈਕ ਜਿੱਦਾਂ ਪਲਾਸਟਿਕ ਦੀ ਸ਼ੀਟ ਹੁੰਦੀ ਹੈ, ਉਹ ਚਾਰੇ ਉੱਪਰੋਂ ਨੀਚੋਂ ਕਵਰ ਹੋਊਗਾ, ਹੈ ਨਾ। ਜਿਹਦੇ ਨਾਲ ਕੀ ਹੋਊਗਾ, ਜਿਹੜਾ ਪੇਸ਼ੈਂਟ ਹੈ ਉਹ ਇੱਥੇ ਜੇ ਮੰਨ ਲਓ ਪੇਸ਼ੈਂਟ ਬੈਠਾ, ਠੀਕ ਹੈ, ਉਹਦੇ ਜਿਹੜੇ ਹਵਾੜ ਲਾ ਲਓ, ਉਹਦੇ ਕੰਨ ਲਾ ਲਓ, ਉਹ ਆਊਟਸਾਈਡ ਨਹੀਂ ਜਾਣਗੇ ਇਹਦੇ ਤੋਂ, ਜਿਹਦੇ ਨਾਲ ਹੈ ਜਿਹੜਾ ਕੋਵਿਡ ਹੈ ਫੈਲਣ ਦੀ ਚਾਂਸਸ ਨੇ ਬਹੁਤ ਘੱਟ ਜਾਣਗੇ। ਠੀਕ ਹੈ, ਇਸ ਤਰੀਕੇ ਦਾ ਬੈੱਡ ਡੈਵਲਪ ਕੀਤਾ ਹੈ। ਠੀਕ ਹੈ, ਇਹ ਬੈੱਡ ਦੀ ਜਿਹੜੀ ਕੋਸਟ ਹੈਗੀ, 10 ਬੈੱਡ ਦੀ ਜੇ ਕੋਸਟ ਦੀ ਮੈਂ ਗੱਲ ਕਰਾਂ ਤਾਂ 1 ਲੱਖ ਕੋਸਟ ਹੈਗੀ। ਠੀਕ ਹੈ, ਜੇ ਪਰਟੀਕੂਲਰ ਕਿਸੇ ਪਰਸਨ ਨੇ ਇੱਕ ਬੈੱਡ ਆਪਣੇ ਘਰ ਦੇ ਵਿੱਚ ਇੰਸਟਾਲ ਕਰਵਾਉਣਾ ਤਾਂ 15,000 ਰੁਪਏ ਉਹਦੀ ਕੀ ਹੈ ਕੀਮਤ ਹੈ। ਇਹ ਸਾਰੀ ਇਨਫੋਰਮੇਸ਼ਨ ਇਹਦੀ ਤੁਸੀਂ ਰਿਵਾਈਜ਼ ਰੱਖਣੀ ਹੈ। ਇਸ ਤੋਂ ਇਲਾਵਾ ਡਾਇਟ ਤੋਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਹਦੀ ਫੁੱਲ ਫਾਰਮ ਕੀ ਹੈ। ਡਾਇਟ ਦੀ ਫੁੱਲ ਫਾਰਮ ਹੈਗੀ ਹੈ ਜੀ ਡਿਫੈਂਸ ਇੰਸਟੀਟਿਊਟ ਆਫ ਐਡਵਾਂਸ ਟੈਕਨੋਲੋਜੀ। ਠੀਕ ਹੈ, ਇਹ ਯਾਦ ਰੱਖਣਾ। 1952 ਦੇ ਵਿੱਚ ਇਹ ਫਾਊਂਡ ਹੋਇਆ ਸੀ। ਹੈੱਡਕੁਆਟਰ ਹੈਗਾ ਇਹਦਾ ਪੂਨੇ ਦੇ ਵਿੱਚ। ਵਾਈਸ ਚਾਂਸਲਰ ਦਾ ਨਾਮ ਯਾਦ ਰੱਖਿਓ, CP ਰਾਮਨਾਰਾਇਣ। ਠੀਕ ਹੈ, ਇੰਨੀ ਇਨਫੋਰਮੇਸ਼ਨ ਇਹ ਤੋਂ ਯਾਦ ਰੱਖਣੀ ਹੈ। ਹਾਂਜੀ, ਅਗਲਾ ਆਪਣਾ ਕੁਐਸਚਨ ਹੈਗਾ ਰੀਸੈਂਟਲੀ ਹੂ ਲੌਂਚਡ ਅ ਮਾਰਸ ਰੋਵਰ ਨੇਮਡ ਪ੍ਰੀਜ਼ਰਵੈਂਸ। ਰੀਸੈਂਟਲੀ ਕਹਿੰਦੇ ਕਿਹਨੇ ਲਾਂਚ ਕੀਤਾ ਮਾਰਸ ਰੋਵਰ ਜਿਹਦਾ ਨਾਮ ਹੈਗਾ ਪ੍ਰੀਜ਼ਰਵੈਂਸ? ਆਪਸ਼ਨ A ਹੈਗਾ ਤੁਹਾਡਾ ਇਸਰੋ, B ਹੈਗਾ ਜਾਕਸਾ, C ਹੈਗਾ ਨਾਸਾ, D ਹੈਗਾ CNSA। ਠੀਕ ਹੈ, ਇਹਨਾਂ 'ਚ ਤੁਸੀਂ ਆਨਸਰ ਲਾਣਾ। ਇਹਦਾ ਕਰੈਕਟ ਆਨਸਰ ਹੈਗਾ ਜੀ ਨਾਸਾ, ਆਪਸ਼ਨ C ਦਾ ਕਰੈਕਟ ਆਨਸਰ ਹੈ। ਨਾਸਾ ਨੇ ਹੀ ਲਾਂਚ ਕੀਤਾ ਮਾਰਸ ਰੋਵਰ ਜਿਹਦਾ ਨਾਮ ਹੈਗਾ ਪ੍ਰੀਜ਼ਰਵੈਂਸ। ਇਹ ਵੀ ਯਾਦ ਰੱਖਿਓ। ਇਹਦੇ ਨਾਲ ਇੱਕ ਵਹੀਕਲ ਵੀ ਲਾਂਚ ਕੀਤਾ ਗਿਆ। ਵਹੀਕਲ ਦਾ ਕੀ ਨਾਮ ਹੈ? ਇੰਜੈਨਿਊਟੀ। ਠੀਕ ਹੈ, ਇਹ ਹੈਲੀਕਾਪਟਰ ਹੈਗਾ। ਠੀਕ ਹੈ, ਨਾਸਾ ਦਾ ਪਹਿਲਾ ਮਾਰਸ ਹੈਲੀਕਾਪਟਰ ਜੇ ਤੁਹਾਨੂੰ ਪੁੱਛ ਲੈਣ ਕਿਹੜਾ, ਤਾਂ ਉਹਦਾ ਆਨਸਰ ਵੀ ਕੀ ਆਊਗਾ? ਇੰਜੈਨਿਊਟੀ ਆਊਗਾ। ਉੱਥੋਂ ਦੀ ਵਾਤਾਵਰਨ ਦੀ ਸਟੱਡੀ ਕਰਨ ਦੇ ਲਈ ਜਿਹੜਾ ਇਹ ਮਤਲਬ ਬਣਾਇਆ ਗਿਆ ਹੈਗਾ। ਠੀਕ ਹੈ, ਅੱਛਾ, ਜਦੋਂ ਇੰਜੈਨਿਊਟੀ ਨੇਮ ਰੱਖਣਾ ਸੀਗਾ ਉਦੋਂ ਸੁਜੈਸ਼ਨ ਮੰਗੇ ਸੀਗੇ। ਠੀਕ ਹੈ, ਤਾਂ ਸੁਜੈਸ਼ਨ ਸੀਗਾ ਜਿਹੜਾ ਵਿਜੇ ਰੂਪਾਨੀ ਨਾਮ ਯਾਦ ਰੱਖਣਾ। ਵਿਜੇ ਰੂਪਾਨੀ ਆਪਣੇ ਇੰਡੀਅਨ ਓਰੀਜਨ ਦੇ ਸੀਗੇ, ਇਹਨਾਂ ਨੇ ਹੀ ਨੇਮ ਸੁਜੈਸਟ ਕੀਤਾ ਸੀਗਾ ਇੰਜੈਨਿਊਟੀ। ਠੀਕ ਹੈ, ਇਸ ਤੋਂ ਇਲਾਵਾ ਨਾਸਾ ਤੋਂ ਜਿਹੜੀ ਸਟੈਟਿਕ ਇਨਫੋਰਮੇਸ਼ਨ ਹੈ ਉਹ ਯਾਦ ਰੱਖਣੀ ਹੈ। ਨਾਸਾ ਦੀ ਫੁੱਲ ਫਾਰਮ ਹੁੰਦੀ ਹੈ ਨੈਸ਼ਨਲ ਏਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ। ਠੀਕ ਹੈ, 1958 ਦੇ ਵਿੱਚ ਜਿਹੜਾ ਨਾਸਾ ਬਣਿਆ ਸੀਗਾ, ਹੈੱਡਕੁਆਟਰ ਇਹਦਾ ਕਿੱਥੇ ਆ? ਵਾਸ਼ਿੰਗਟਨ DC ਦੇ ਵਿੱਚ। ਕਿੱਥੇ ਹੈ? ਵਾਸ਼ਿੰਗਟਨ DC ਦੇ ਵਿੱਚ। ਠੀਕ ਹੈ ਜੀ, ਅਗਲੀ ਨਿਊਜ਼ 'ਤੇ ਆਉਂਦੇ ਹਾਂ। ਤੀਜੀ ਨਿਊਜ਼ ਹੈਗੀ ਆ, ਤੀਜੇ ਜਿਹੜਾ ਆਪਣਾ ਕੁਐਸਚਨ ਹੈਗਾ ਉਹ ਕੀ ਹੈ? ਇੰਡੀਆਜ਼ ਫਸਟ ਹਨੀ ਟੈਸਟਿੰਗ ਲੈਬੋਰਟਰੀ। ਇੰਡੀਆ ਦੀ ਪਹਿਲੀ ਹਨੀ ਟੈਸਟਿੰਗ ਜਿਹੜੀ ਲੈਬੋਰਟਰੀ ਹੈ ਉਹ ਓਪਨ ਕਿਹੜੀ ਸਟੇਟ ਦੇ ਵਿੱਚ ਕੀਤੀ ਗਈ ਹੈ ਇੰਡੀਆ ਦੀ? ਆਪਸ਼ਨ A ਹੈਗਾ ਮਹਾਰਾਸ਼ਟਰਾ, B ਗੁਜਰਾਤ, C ਪੰਜਾਬ ਤੇ D ਹੈਗਾ ਆਂਧਰਾ ਪ੍ਰਦੇਸ਼। ਓਕੇ, ਇਹਦਾ ਕਰੈਕਟ ਆਨਸਰ ਕੀ ਆਊਗਾ ਜੀ? ਕਿੱਥੇ ਓਪਨ ਕੀਤੀ ਗਈ ਹੈ ਇਹ? ਗੁਜਰਾਤ ਦੇ ਕਿੱਥੇ? ਆਨੰਦ ਡਿਸਟ੍ਰਿਕਟ ਦੇ ਵਿੱਚ। ਗੁਜਰਾਤ ਦੇ ਆਨੰਦ ਡਿਸਟ੍ਰਿਕਟ ਦੇ ਵਿੱਚ ਇਹਨੂੰ ਓਪਨ ਕੀਤਾ ਗਿਆ। ਠੀਕ ਹੈ, ਆਨੰਦ ਡਿਸਟ੍ਰਿਕਟ ਤੋਂ ਤੁਸੀਂ ਹੋਰ ਪੁਆਇੰਟ ਲਿੰਕ ਕਰ ਸਕਦੇ ਹੋ, ਜਿੱਦਾਂ ਕੀ ਹੈ ਅਮੁਲ ਮਿਲਕ ਨਾਲ ਰਿਲੇਟਡ ਹੈ, ਉਹਦਾ ਹੈੱਡਕੁਆਟਰ ਵੀ ਆਨੰਦ ਡਿਸਟ੍ਰਿਕਟ ਦੇ ਵਿੱਚ ਹੀ ਹੈ। ਠੀਕ ਹੈ, ਅਮੁਲ ਮਿਲਕ ਨਾਲ ਰਿਲੇਟਡ ਹੈ ਨਾ, ਮੈਂ ਤੁਹਾਨੂੰ ਦੱਸਿਆ ਮਿਲਕ ਨਾਲ ਰਿਲੇਟਡ ਹੈ ਇਹ। ਤਾਂ ਮਿਲਕ ਤੋਂ ਤੁਸੀਂ ਕੀ ਯਾਦ ਰੱਖਣਾ? ਵਾਈਟ ਰੈਵੋਲਿਊਸ਼ਨ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ। ਵਾਈਟ ਰੈਵੋਲਿਊਸ਼ਨ ਪੁੱਛ ਲੈਂਦੇ ਨੇਗੇ ਕਿ ਆਪਰੇਸ਼ਨ ਫਲੱਡ ਕਹਿ ਦੇਣਗੇ ਜਾਂ ਤਾਂ ਵਾਈਟ ਰੈਵੋਲਿਊਸ਼ਨ ਕਿ ਕਿਹਨੇ ਸਟਾਰਟ ਕੀਤਾ ਇੰਡੀਆ ਦੇ ਵਿੱਚ, ਇਹਦੇ ਫਾਊਂਡਰ ਕੌਣ ਨੇ ਜਾਂ ਫਾਦਰ ਕੌਣ ਨੇ ਲਾਈਕ। ਠੀਕ ਹੈ, ਤਾਂ ਉਹਦਾ ਆਨਸਰ ਕੀ ਹੋਊਗਾ? ਵਰਗੀਸ ਕੁਰੇਨ ਦਾ ਆਨਸਰ ਹੋਊਗਾ। ਠੀਕ ਹੈ ਜੀ, ਅਗਲੀ ਨਿਊਜ਼ ਉੱਤੇ ਅਗਲੇ ਆਪਣੇ ਕੁਐਸਚਨ ਦੇ ਉੱਤੇ ਮੂਵ ਔਨ ਕਰਦੇ ਹਾਂ। ਹਾਂਜੀ, ਅਗਲਾ ਕੁਐਸਚਨ ਹੈਗਾ ਆਪਣਾ ਹੂ
who become the sorry who become the world's most valuable listed company, ਦੁਨੀਆ ਦੀ ਸਭ ਤੋਂ ਵੈਲਿਊਏਬਲ ਲਿਸਟਡ ਕੰਪਨੀ ਹੈ ਜਿਹੜੀ, ਉਹ ਕੌਣ ਹੈ, ਕਿਹੜੀ ਕੰਪਨੀ ਹੈ ਉਹ? ਏ ਆਪਸ਼ਨ ਹੈ ਗੂਗਲ, ਬੀ ਆਪਸ਼ਨ ਹੈ ਰਿਲਾਇੰਸ ਤੁਹਾਡਾ, ਸੀ ਆਪਸ਼ਨ ਹੈ ਐਪਲ ਅਤੇ ਡੀ ਆਪਸ਼ਨ ਹੈ ਮਾਈਕਰੋਸੋਫਟ। ਇਹਦਾ ਜਿਹੜਾ ਕਰੈਕਟ ਆਨਸਰ ਆਊਗਾ ਆਪਸ਼ਨ ਸੀ ਨੰਬਰ ਆਊਗਾ ਜੀ ਐਪਲ। ਐਪਲ ਹੈ ਜਿਹੜਾ ਵਰਲਡ ਦੀ ਮੋਸਟ ਵੈਲਿਊਏਬਲ ਲਿਸਟਡ ਕੰਪਨੀ ਹੈ। ਐਪਲ ਤੋਂ ਯਾਦ ਰੱਖਣਾ 1976 ਦੇ ਵਿੱਚ ਸਟੀਵ ਜੌਬਸ ਦੁਆਰਾ ਇਹਨੂੰ ਫਾਊਂਡ ਕੀਤਾ ਗਿਆ ਸੀਗਾ, ਸਟੀਵ ਜੌਬ ਦੁਆਰਾ। ਅਤੇ ਐਟ ਪ੍ਰੈਜ਼ੈਂਟ ਜਿਹਦੀ CEO ਦੀ ਗੱਲ ਕਰਾਂ ਤਾਂ ਮੈਂ ਉਹਨਾਂ ਦਾ ਨਾਮ ਹੈਗਾ ਟਿਮ ਕੁੱਕ। ਠੀਕ ਹੈ, ਇਹ ਸਾਰਾ ਕੁਛ ਐਪਲ ਤੋਂ ਤੁਸੀਂ ਯਾਦ ਰੱਖਣਾ। ਹਾਂਜੀ, ਗੂਗਲ ਤੋਂ ਤੁਸੀਂ ਰਿਵਾਈਜ਼ ਕਰ ਸਕਦੇ ਹੋ ਕਿ ਗੂਗਲ ਦੇ ਕੌਣ ਨੇ CEO, ਸੁੰਦਰ ਪਿਚਈ। ਠੀਕ ਹੈ, ਇਹ ਯਾਦ ਰੱਖ ਸਕਦੇ ਹੋ ਤੁਸੀਂ ਇਹਦੇ ਤੋਂ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਨੈਕਸਟ ਕੁਐਸਚਨ ਹੈ ਜੀ, ਹੂ ਚੇਅਰਡ ਦੀ ਮੀਟਿੰਗ ਆਫ ਰੀਸੈਂਟਲੀ ਹੈਲਡ ਬ੍ਰਿਕਸ ਮਿਨਿਸਟਰਸ ਇਨਵਾਇਰਮੈਂਟ ਮਿਨਿਸਟਰਸ। ਇਹਦਾ ਆਨਸਰ ਆਪਣੇ ਮਾਈਂਡ ਦੇ ਵਿੱਚ ਸੋਚ ਲਓ। ਆਪਸ਼ਨ ਏ ਰਸ਼ੀਆ, ਬੀ ਚਾਈਨਾ, ਸੀ ਬ੍ਰਾਜ਼ੀਲ ਅਤੇ ਜਾਂ ਫਿਰ ਇੰਡੀਆ, ਹੈ ਨਾ। ਇਹਦਾ ਆਨਸਰ ਹੈਗਾ ਏ ਆਪਸ਼ਨ ਰਸ਼ੀਆ। ਰਸ਼ੀਆ ਹੀ ਚੇਅਰ ਕਰੂ ਜਿਹੜੀ ਮੀਟਿੰਗ ਹੈ ਰੀਸੈਂਟਲੀ ਹੈਲਡ ਹੋਈ ਹੈ ਬ੍ਰਿਕਸ ਇਨਵਾਇਰਮੈਂਟ ਮਿਨਿਸਟਰਸ ਦੀ। ਠੀਕ ਹੈ, ਇਹਦਾ ਐਡੀਸ਼ਨ ਯਾਦ ਰੱਖਿਓ ਕਿੰਨਵਾਂ ਸੀਗਾ, 6ਵਾਂ ਇਹਦਾ ਐਡੀਸ਼ਨ ਸੀਗਾ। 2021 ਦੇ ਵਿੱਚ ਕੌਣ ਚੇਅਰ ਕਰੂਗਾ? 2021 ਦੇ ਵਿੱਚ ਇੰਡੀਆ ਚੇਅਰ ਕਰੂਗਾ, ਇਹ ਵੀ ਯਾਦ ਰੱਖਣਾ ਤੁਸੀਂ ਇਹਦੇ ਤੋਂ। ਠੀਕ ਹੈ, ਬ੍ਰਿਕਸ ਦੇ ਬਾਰੇ ਜੇ ਕੁਛ ਆਪਾਂ ਸਟੈਟਿਕ ਰਿਵਾਈਜ਼ ਕਰਨਾ ਹੈ ਬ੍ਰਿਕਸ ਬਾਰੇ, ਤਾਂ ਉਹ ਕੀ ਹੈ, ਤੁਹਾਨੂੰ ਸਭ ਦਾ ਨਾਮ ਪਤਾ ਹੋਣਾ ਚਾਹੀਦਾ ਕਿ ਬ੍ਰਿਕਸ ਦੇ ਉੱਤੇ ਕਿਹਦਾ ਕਿਹਦਾ। ਬੀ 'ਤੇ ਬ੍ਰਾਜ਼ੀਲ, ਆਰ 'ਤੇ ਰਸ਼ੀਆ, ਆਈ 'ਤੇ ਇੱਥੇ ਆਈ ਆਊਗਾ, ਆਈ 'ਤੇ ਇੰਡੀਆ, ਸੀ 'ਤੇ ਆਊਗਾ ਚਾਈਨਾ ਅਤੇ ਐਸ 'ਤੇ ਆਊਗਾ ਸਾਊਥ ਅਫਰੀਕਾ। ਅੱਛਾ, ਸਟਾਰਟਿੰਗ ਦੇ ਵਿੱਚ ਬ੍ਰਿਕਸ ਨਹੀਂ ਸੀਗਾ, ਇਹ ਬ੍ਰਿਕ ਸੀਗਾ। ਠੀਕ ਹੈ, ਸਾਊਥ ਅਫਰੀਕਾ ਬਾਅਦ ਦੇ ਵਿੱਚ ਐਡ ਹੋਇਆ। ਠੀਕ ਹੈ, ਸਟਾਰਟਿੰਗ ਦੇ ਵਿੱਚ ਜਦੋਂ 2006 ਦੇ ਵਿੱਚ ਇਹ ਬਣਿਆ ਤਾਂ ਇਹਦੇ ਵਿੱਚ 4 ਹੀ ਕੰਟਰੀ ਸੀਗੀਆਂ। ਐਸ ਮਤਲਬ ਸਾਊਥ ਅਫਰੀਕਾ ਨਹੀਂ ਸੀ ਇਹਦੇ ਵਿੱਚ। ਜਿਹੜਾ ਸਾਊਥ ਅਫਰੀਕਾ ਉਹ 2010 ਦੇ ਵਿੱਚ ਐਡ ਹੋਇਆ। ਠੀਕ ਹੈ, ਜਿਹੜੀ ਇਹਦੀ ਬ੍ਰਿਕਸ ਦੀ ਪਹਿਲੀ ਮੀਟਿੰਗ ਸੀਗੀ ਨਾ, ਫਸਟ ਮੀਟਿੰਗ 2009 ਦੇ ਵਿੱਚ ਹੈਲਡ ਹੋਈ ਸੀ ਅਤੇ ਉਹਨੂੰ ਵੀ ਚੇਅਰ ਰਸ਼ੀਆ ਨੇ ਹੀ ਕੀਤਾ ਸੀਗਾ। ਠੀਕ ਹੈ, ਰਸ਼ੀਆ ਦੇ ਸਟੈਟਿਕ ਪੁਆਇੰਟ ਦੀ ਗੱਲ ਕਰਾਂ ਮੈਂ ਜੇ, ਰਸ਼ੀਆ ਦੀ ਕੈਪੀਟਲ ਹੈਗੀ ਹੈ ਮਾਸਕੋ, ਕਰੰਸੀ ਹੈਗੀ ਹੈ ਰੂਬਲ, ਅਤੇ ਇੱਥੋਂ ਦੀ ਪਾਰਲੀਮੈਂਟ ਮਤਲਬ ਸੰਸਦ ਦਾ ਨੇਮ ਹੈ ਜਿਹੜਾ, ਉਹਨੂੰ ਕੀ ਕਿਹਾ ਜਾਂਦਾ? ਡਿਊਮਾ। ਇਹ ਸਾਰੀ ਇਨਫੋਰਮੇਸ਼ਨ ਇਹ ਤੋਂ ਤੁਸੀਂ ਰਿਵਾਈਜ਼ ਰੱਖਣੀ ਹੈ। ਹਾਂਜੀ, ਆਪਣਾ ਨੈਕਸਟ ਕੁਐਸਚਨ ਹੈਗਾ, ਰੀਸੈਂਟਲੀ ਵਿਚ ਬੈਂਕ ਸਟਾਰਟਡ ਅ ਕੈਂਪੇਨ ਨੇਮਡ ਕੋਨਾ ਕੋਨਾ ਉਮੀਦ। ਰੀਸੈਂਟਲੀ ਕਿਸ ਬੈਂਕ ਨੇ ਜਿਹੜੀ ਇਹ ਕੈਂਪੇਨ ਹੈ ਲਾਂਚ ਕੀਤੀ ਹੈ ਜਿਹਦਾ ਨਾਮ ਹੈ ਕੋਨਾ ਕੋਨਾ ਉਮੀਦ? ਐਕਸਿਸ ਬੈਂਕ, ICICI ਬੈਂਕ, HDFC ਬੈਂਕ ਜਾਂ ਫਿਰ ਕੋਟਕ ਮਹਿੰਦਰਾ ਬੈਂਕ। ਇਹਦਾ ਕਰੈਕਟ ਆਨਸਰ ਹੈ ਜੀ ਕੋਟਕ ਮਹਿੰਦਰਾ ਬੈਂਕ। ਕੋਟਕ ਮਹਿੰਦਰਾ ਬੈਂਕ ਨੇ ਹੀ ਇਹ ਕੈਂਪੇਨ ਲਾਂਚ ਕੀਤੀ ਹੈ ਕੋਨਾ ਕੋਨਾ ਉਮੀਦ। ਦੇਖੋ, ਆਪਾਂ ਨੂੰ ਪਤਾ ਹੈ ਕਿ ਹੁਣ ਕਰੋਨਾ ਕਰਕੇ ਸਭ ਦੀਆਂ ਇੱਕ ਤਰੀਕੇ ਨਾਲ ਉਮੀਦਾਂ ਹਰੇਕ ਚੀਜ਼ ਤੋਂ ਖਤਮ ਹੋਈਆਂ ਵੀਆਂ ਨੇ। ਠੀਕ ਹੈ, ਇਸ ਦੇ ਜ਼ਰੀਏ ਜਿਹੜਾ ਡਿਸਕਾਊਂਟ ਵਗੈਰਾ ਦਿੱਤੇ ਜਾਣਗੇ, ਆਫਰਸ ਪ੍ਰੋਵਾਈਡ ਕੀਤੇ ਜਾਣਗੇ, ਨਵੇਂ ਲੋਨਸ ਦੇ ਰਿਗਾਰਡਿੰਗ ਜਾਂ ਵੈਸੇ ਆਫਰਸ ਦਿੱਤੇ ਜਾਣਗੇ। ਠੀਕ ਹੈ, ਉਹਦੇ ਰਿਗਾਰਡਿੰਗ ਹੈ ਜਿਹੜੀ ਇਹ ਨਿਊਜ਼ ਹੈਗੀ, ਕੋਨਾ ਕੋਨਾ ਉਮੀਦ ਕੈਂਪੇਨ ਲਾਂਚ ਕੀਤੀ ਹੈ ਕੋਟਕ ਮਹਿੰਦਰਾ ਬੈਂਕ ਨੇ। ਕੋਵਿਡ-19 ਦੇ ਦੌਰ ਦੇ ਵਿੱਚ ਇੱਕ ਹੋਪ ਦਾ ਕੰਮ ਕਰੂ। ਠੀਕ ਹੈ ਜੀ, ਇਸ ਤੋਂ ਇਲਾਵਾ ਸਟੈਟਿਕ GK ਕੀ ਰਿਵਾਈਜ਼ ਕਰਨੀ ਹੈ ਕੋਟਕ ਮਹਿੰਦਰਾ ਬੈਂਕ ਤੋਂ? ਤੁਸੀਂ ਇਹ ਤੋਂ ਰਿਵਾਈਜ਼ ਰੱਖਣਾ ਹੈ ਤੁਸੀਂ ਕਿ 2003 ਦੇ ਵਿੱਚ ਬਣਿਆ ਸੀਗਾ। ਹੈੱਡਕੁਆਟਰ ਹੈਗਾ ਜੀ ਇਹਦਾ ਮੁੰਬਈ ਦੇ ਵਿੱਚ ਹੈ। ਮੁੰਬਈ ਦੇ ਵਿੱਚ ਇਹਦਾ ਹੈੱਡਕੁਆਟਰ ਹੈਗਾ। MD ਅਤੇ CEO ਹੈਗੇ ਨੇ ਇਹਦੇ ਉਦੇ ਕੋਟਕ। ਇਹ ਵੀ ਯਾਦ ਰੱਖਣਾ। ਇੱਕ ਹੋਰ ਇੰਪੋਰਟੈਂਟ ਪੁਆਇੰਟ ਦੱਸਦੀ ਕੋਟਕ ਮਹਿੰਦਰਾ ਬੈਂਕ ਤੋਂ ਜਿਹੜਾ ਤੁਸੀਂ ਯਾਦ ਰੱਖਣਾ। ਜੇ ਪੁੱਛ ਲੈਣ ਕਿ ਫਸਟ ਬੈਂਕ, ਉਹ ਪਹਿਲਾ ਬੈਂਕ ਕਿਹੜਾ ਜਿਹਨੇ ਵੀਡੀਓ KYC ਫੈਸਿਲਿਟੀ ਸਟਾਰਟ ਕੀਤੀ? ਵੀਡੀਓ KYC ਫੈਸਿਲਿਟੀ ਸਟਾਰਟ ਕੀਤੀ, ਉਹਦਾ ਆਨਸਰ ਵੀ ਕੋਟਕ ਮਹਿੰਦਰਾ ਬੈਂਕ ਹੀ ਹੈ। ਇੰਨੀ ਚੀਜ਼ਾਂ ਇਹਦੇ ਤੋਂ ਤੁਸੀਂ ਕੀ ਰੱਖਣੀਆਂ ਨੇ? ਰਿਵਾਈਜ਼ ਰੱਖਣੀਆਂ ਨੇ। ਹੁਣ ਇਹਦਾ ਹੈੱਡਕੁਆਟਰ ਮੈਂ ਤੁਹਾਨੂੰ ਦੱਸਿਆ ਕੋਟਕ ਮਹਿੰਦਰਾ ਬੈਂਕ ਦਾ ਕਿੱਥੇ ਹੈ? ਮੁੰਬਈ ਦੇ ਵਿੱਚ। HDFC ਬੈਂਕ ਦਾ ਵੀ ਮੁੰਬਈ ਦੇ ਵਿੱਚ ਹੈ। ICICI ਬੈਂਕ ਦਾ ਵੀ ਮੁੰਬਈ 'ਚ ਹੈ ਅਤੇ ਐਕਸਿਸ ਬੈਂਕ ਦਾ ਵੀ ਮੁੰਬਈ 'ਚ ਹੈ। ਯੈਸ ਬੈਂਕ ਦਾ ਵੀ ਮੁੰਬਈ 'ਚ ਹੈ। RBI ਆਪਣਾ ਸੈਂਟਰਲ ਬੈਂਕ, ਉਹਦਾ ਹੈੱਡਕੁਆਟਰ ਵੀ ਮੁੰਬਈ 'ਚ ਹੈ। SEBI ਸਿਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ, ਇਹਦਾ ਵੀ ਹੈੱਡਕੁਆਟਰ ਕਿੱਥੇ ਹੈਗਾ? ਮੁੰਬਈ ਦੇ ਵਿੱਚ ਹੀ ਹੈ। ਇਹ ਸਾਰੇ ਤੁਸੀਂ ਇਹਦੇ ਤੋਂ ਯਾਦ ਰੱਖ ਸਕਦੇ ਹੋ। ਅਗਲੇ ਕੁਐਸਚਨ 'ਤੇ ਚੱਲਦੇ ਹਾਂ ਜੀ। ਵਿਚ ਰੇਲਵੇ ਜ਼ੋਨ ਰੇਨ ਦੀ ਫਸਟ ਟ੍ਰੇਨ ਮਾਲਾ ਐਕਸਪ੍ਰੈਸ ਟ੍ਰੇਨ ਰੀਸੈਂਟਲੀ ਕਿਹੜੇ ਰੇਲਵੇ ਜ਼ੋਨ ਨੇ ਜਿਹੜੀ ਪਹਿਲੀ ਟ੍ਰੇਨ ਮਾਲਾ ਐਕਸਪ੍ਰੈਸ ਟ੍ਰੇਨ ਹੈ ਚਲਾਈ ਹੈ? ਠੀਕ ਹੈ, ਆਪਸ਼ਨ A ਸੈਂਟਰਲ ਰੇਲਵੇ, ਆਪਸ਼ਨ B ਨਾਰਦਰਨ ਰੇਲਵੇ, ਆਪਸ਼ਨ C ਸਦਰਨ ਰੇਲਵੇ ਜਾਂ D ਨਨ ਆਫ ਦੀਜ਼। ਇਹਦਾ ਕਰੈਕਟ ਆਨਸਰ ਆਊਗਾ ਜੀ ਨਦਰਨ ਰੇਲਵੇ। ਨਦਰਨ ਰੇਲਵੇ ਨੇ ਹੀ ਰੀਸੈਂਟਲੀ ਜਿਹੜੀ ਫਸਟ ਟ੍ਰੇਨ ਮਾਲਾ ਐਕਸਪ੍ਰੈਸ ਲਾਈਕ ਮਾਲ ਗੱਡੀ ਕਹਿ ਦਿੰਦੇ ਆਪਾਂ, ਉਹ ਚਲਾਈ ਹੈ। ਠੀਕ ਹੈ, ਇਹਦੇ ਵਿੱਚ 46 ਜਿਹੜੇ ਲਾਈਕ ਡੱਬੇ ਹੋਣਗੇ, ਵੈਗਨ ਬੋਲ ਦਿੰਦੇ ਆ ਉਹਨੂੰ। ਇਹਦੇ ਵਿੱਚ ਵੀਟ ਅਤੇ ਮੱਕੀ ਹੈ ਜਿਹੜੀ ਸਟੋਰ ਕਰਕੇ ਲੋਡ ਕਰਕੇ ਸਪਲਾਈ ਕੀਤੀ ਜਾਊਗੀ ਉਹਦੀ। ਠੀਕ ਹੈ, ਨਦਰਨ ਰੇਲਵੇ ਤੋਂ ਤੁਸੀਂ ਕੀ ਯਾਦ ਰੱਖਣਾ? ਨਦਰਨ ਰੇਲਵੇ ਤੋਂ ਯਾਦ ਰੱਖਣਾ ਤੁਸੀਂ ਕਿ ਇਹਦਾ ਹੈੱਡਕੁਆਟਰ ਕਿੱਥੇ ਹੈਗਾ? ਨਿਊ ਦਿੱਲੀ ਦੇ ਵਿੱਚ ਇਹਦਾ ਹੈੱਡਕੁਆਟਰ। ਠੀਕ ਹੈ,
ਅੱਛਾ, ਹੁਣ ਆਇਆ ਰੇਲਵੇ ਤੋਂ ਕੁਝ ਇਨਫੋਰਮੇਸ਼ਨ ਰਿਵਾਈਜ਼ ਕਰ ਲੈਂਦੇ ਹਾਂ ਆਪਾਂ। ਹੁਣ ਰੇਲਵੇ ਤੋਂ ਰੇਲਵੇ ਜ਼ੋਨ ਦੀ ਗੱਲ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ 18 ਟੋਟਲ ਆਪਣੇ ਐਟ ਪ੍ਰੈਜ਼ੈਂਟ ਰੇਲਵੇ ਜ਼ੋਨ ਨੇ। ਜਿਹੜਾ 18ਵਾਂ ਰੇਲਵੇ ਜ਼ੋਨ ਹੈ 80th ਹੈ, ਉਹਨੂੰ ਕੀ ਕਹਿੰਦੇ ਆ ਆਪਾਂ, ਸਾਊਥ ਕੋਸਟਲ ਰੇਲਵੇ ਜ਼ੋਨ। ਕੀ ਕਹਿੰਦੇ ਆ, ਸਾਊਥ ਕੋਸਟਲ ਰੇਲਵੇ ਜ਼ੋਨ। ਅਤੇ ਇਸ ਰੇਲਵੇ ਜ਼ੋਨ ਦਾ, ਸਾਊਥ ਕੋਸਟਲ ਰੇਲਵੇ ਜ਼ੋਨ ਦਾ ਹੈੱਡਕੁਆਟਰ ਕਿੱਥੇ ਹੈਗਾ, ਵਿਸ਼ਾਖਾਪਟਨਮ 'ਚ। ਵਿਸ਼ਾਖਾਪਟਨਮ 'ਚ, ਇਹ ਸਾਰਾ ਯਾਦ ਰੱਖਣਾ। ਰੇਲ ਮੰਤਰੀ ਕੌਣ ਨੇ ਜੀ ਆਪਣੇ ਐਟ ਪ੍ਰੈਜ਼ੈਂਟ, ਪਿਊਸ਼ ਗੋਇਲ। ਜੇ ਤੁਹਾਨੂੰ ਰੇਲਵੇ ਬੋਰਡ ਦੇ ਚੇਅਰਮੈਨ ਪੁੱਛ ਲੈਣ ਕੌਣ ਨੇ, ਤਾਂ ਉਹਨਾਂ ਦਾ ਨਾਮ ਹੈਗਾ ਵਿਨੋਦ ਕੁਮਾਰ ਯਾਦਵ। ਵਿਨੋਦ ਕੁਮਾਰ ਯਾਦਵ। ਅੱਛਾ, ਆਪਣਾ ਇੰਡੀਅਨ ਰੇਲਵੇ ਸਟਾਰਟ ਕਦੋਂ ਹੋਇਆ, 16 ਅਪ੍ਰੈਲ 1853 ਦੇ ਵਿੱਚ ਇਹ ਸਟਾਰਟ ਹੋਇਆ। ਜਿਹੜੀ ਪਹਿਲੀ ਟ੍ਰੇਨ ਚੱਲੀ ਮੁੰਬਈ ਟੂ ਥਾਣੇ, 34 ਕਿਲੋਮੀਟਰ ਦਾ ਡਿਸਟੈਂਸ ਕਵਰ ਕੀਤਾ, ਅਤੇ ਉਹਦਾ ਨਾਮ ਕੀ ਸੀਗਾ, ਬਲੈਕ ਬਿਊਟੀ। ਇੰਨੇ ਕੁ ਪੁਆਇੰਟ ਤੁਸੀਂ ਰੇਲਵੇ ਤੋਂ ਰਿਵਾਈਜ਼ ਕਰ ਸਕਦੇ ਹੋ। ਹਾਂਜੀ, ਅਗਲੇ ਕੁਐਸਚਨ 'ਤੇ ਚੱਲਦੇ ਹਾਂ। ਅਗਲਾ ਕੁਐਸਚਨ ਹੈ, ਵਿਚ ਨਾਸਾ ਐਸਟਰੋਨੌਟ ਰੀਸੈਂਟਲੀ ਕੰਪਲੀਟਡ 2 months ਆਫ ਸਪੇਸ ਟਰੈਵਲ ਐਂਡ ਲੈਂਡਡ ਬੈਕ ਟੂ ਅਰਥ। ਕਹਿੰਦੇ ਉਹ ਕਿਹੜੇ ਨਾਸਾ ਦੇ ਐਸਟਰੋਨੌਟ ਨੇ ਜਿਨ੍ਹਾਂ ਨੇ ਰੀਸੈਂਟਲੀ ਆਪਣੇ 2 month ਕੰਪਲੀਟ ਕੀਤੇ ਨੇ ਸਪੇਸ ਟਰੈਵਲ ਦੇ, ਅਤੇ ਵਾਪਸ ਆ ਗਏ ਅਰਥ ਦੇ ਉੱਤੇ। ਠੀਕ ਹੈ, ਕੀ ਉਹ ਡੌਗ ਹਰਲੇ ਨੇ, ਜਾਂ ਬੌਬ ਬੈਨਿੰਕਨ ਨੇ, ਜਾਂ ਫਿਰ ਦੋਨੋਂ ਹੀ ਨੇ, ਜਾਂ ਫਿਰ ਇਹਨਾਂ 'ਚੋਂ ਕੋਈ ਵੀ ਨਹੀਂ ਹੈਗਾ। ਹਾਂਜੀ, ਇਹਦਾ ਆਨਸਰ, ਕਰੈਕਟ ਆਨਸਰ ਹੈਗਾ ਆਪਸ਼ਨ ਨੰਬਰ ਸੀ। ਮਤਲਬ ਕਿ ਡੌਗ ਹਰਲੇ ਅਤੇ ਬੌਬ ਬੈਨਿੰਕਨ ਦੋਨੋਂ ਹੀ ਨੇ ਜਿਹੜੇ ਕਿ ਗਏ ਹੋਏ ਸੀਗੇ ਅਤੇ ਵਾਪਸ ਆ ਗਏ। ਠੀਕ ਹੈ, ਨਾਸਾ ਦੇ ਸਪੇਸ ਸਟੇਸ਼ਨ 'ਤੇ ਹੀ ਗਏ ਹੋਏ ਸੀਗੇ। ਤਾਂ ਇਹਦੇ ਤੋਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਨਾਸਾ ਦਾ ਸਪੇਸ ਸਟੇਸ਼ਨ ਦਾ ਨਾਮ ਕੀ ਹੈ, ਇੰਟਰਨੈਸ਼ਨਲ ਸਪੇਸ ਸਟੇਸ਼ਨ। ਠੀਕ ਹੈ, ਇਹ ਨਾਮ ਤੁਸੀਂ ਕੀ ਹੈ, ਯਾਦ ਰੱਖਣਾ। ਕਲੀਅਰ ਹੈ ਜੀ। ਹੁਣ ਨਾਸਾ ਦੀ ਜਿਹੜੀ ਸਟੈਟਿਕ ਇਨਫੋਰਮੇਸ਼ਨ ਹੈ ਮੈਂ ਤੁਹਾਨੂੰ ਹੁਣੇ ਕਰਵਾ ਕੇ ਹਟੀ ਹਾਂ, ਤਾਂ ਇਸ ਕਰਕੇ ਉਹ ਦੁਬਾਰਾ ਆਪਾਂ ਨਹੀਂ ਕਰਾਂਗੇ। ਅਗਲੇ ਕੁਐਸਚਨ 'ਤੇ ਆ ਜਾਂਦੇ ਹਾਂ। ਰੀਸੈਂਟਲੀ ਵਿਚ ਸਟੇਟ ਆਫ ਦੀ ਇੰਡੀਆ ਲਾਂਚ ਸਾਈਬਰ ਕ੍ਰਾਈਮ ਅਵੇਅਰਨੈਸ ਪ੍ਰੋਗਰਾਮ। ਰੀਸੈਂਟਲੀ ਕਿਹੜੀ ਸਟੇਟ ਨੇ ਇੰਡੀਆ ਦੀ ਨੇ ਸਾਈਬਰ ਕ੍ਰਾਈਮ ਅਵੇਅਰਨੈਸ ਪ੍ਰੋਗਰਾਮ ਲਾਂਚ ਕੀਤਾ ਔਰਤਾਂ ਦੀ ਸੇਫਟੀ ਦੇ ਲਈ। ਧਿਆਨ ਨਾਲ ਕੁਐਸਚਨ ਸਮਝੋ ਅਤੇ ਇਹਦਾ ਆਨਸਰ ਕਰੋ। ਠੀਕ ਹੈ, ਆਪਸ਼ਨ ਏ ਉੜੀਸਾ, ਆਪਸ਼ਨ ਬੀ ਛੱਤੀਸਗੜ੍ਹ, ਆਪਸ਼ਨ ਸੀ ਆਂਧਰਾ ਪ੍ਰਦੇਸ਼, ਜਾਂ ਫਿਰ ਆਪਸ਼ਨ ਡੀ ਗੁਜਰਾਤ। ਹਾਂਜੀ, ਇਹਦਾ ਕਰੈਕਟ ਆਨਸਰ ਹੈਗਾ ਆਂਧਰਾ ਪ੍ਰਦੇਸ਼। ਆਂਧਰਾ ਪ੍ਰਦੇਸ਼ ਨੇ ਇੱਕ ਈ ਰਕਸ਼ਾ ਬੰਧਨ ਨਾਮ ਦਾ, ਨਾਮ ਵੀ ਨੋਟ ਰੱਖਿਓ, ਈ ਰਕਸ਼ਾ ਬੰਧਨ ਨਾਮ ਦਾ ਸਾਈਬਰ ਕ੍ਰਾਈਮ ਅਵੇਅਰਨੈਸ ਪ੍ਰੋਗਰਾਮ ਲਾਂਚ ਕੀਤਾ ਵਿਮਨ ਦੀ ਸੇਫਟੀ ਦੇ ਲਈ। ਠੀਕ ਹੈ, ਇਸ ਦੇ ਉੱਤੇ ਜਿਹੜੀ ਆਪਾਂ ਪੁਲਿਸ ਕਹਿ ਲਓ ਜਾਂ CID, ਉਹਨਾਂ ਨੇ ਇੱਕ ਸਲੋਗਨ ਵੀ ਦਿੱਤਾ, ਲੈਟ ਅਸ ਮੇਕ ਅਗਸਤ ਏ ਮੰਥ ਆਫ ਈ ਫਰੀਡਮ ਐਂਡ ਈ ਸੇਫਟੀ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ। 1 ਮੰਥ ਤੱਕ ਦੇ ਇਹ ਚੱਲੂਗਾ ਪ੍ਰੋਗਰਾਮ, ਅਤੇ ਇਹਦੇ ਡਿਊਰਿੰਗ 1 ਲੱਖ ਲੋਕਾਂ ਨੂੰ ਜਿਹੜੀ ਟ੍ਰੇਨਿੰਗ ਦਿੱਤੀ ਜਾਊਗੀ ਸਾਈਬਰ ਕ੍ਰਾਈਮ ਤੋਂ ਬਚਣ ਲਈ, ਇਹਦੇ ਰਿਗਾਰਡਿੰਗ ਅਵੇਅਰਨੈਸ ਫੈਲਾਉਣ ਦੇ ਲਈ। ਠੀਕ ਹੈ, ਇੰਨਾ ਕੁਛ ਤੁਸੀਂ ਇਹ ਇਸ ਨਿਊਜ਼ ਉੱਤੋਂ ਯਾਦ ਰੱਖਣਾ। ਅਗੇਨ ਜਿਹੜਾ ਆਂਧਰਾ ਪ੍ਰਦੇਸ਼, ਇਹਦਾ ਆਨਸਰ ਹੈਗਾ ਆਂਧਰਾ ਪ੍ਰਦੇਸ਼ ਤੋਂ ਆਪਾਂ ਹਾਈ ਕੋਰਟ ਰਿਵਾਈਜ਼ ਕਰ ਲੈਂਦੇ ਹਾਂ। ਜੇ ਟੋਟਲ ਨੰਬਰ ਆਫ ਹਾਈ ਕੋਰਟਸ ਪੁੱਛ ਲੈਣ ਕਿ ਐਟ ਪ੍ਰੈਜ਼ੈਂਟ ਕਿੰਨੀਆਂ ਨੇ, ਤਾਂ 25 ਨੇ। ਠੀਕ ਹੈ, ਅਤੇ ਜਿਹੜੀ 25ਵੀਂ ਹਾਈ ਕੋਰਟ ਹੈਗੀ, 25ਵੀਂ ਹਾਈ ਕੋਰਟ ਹੈ, ਉਹ ਇਹਦੀ ਹੀ ਹੈ ਅਮਰਾਵਤੀ ਦੇ ਵਿੱਚ। ਠੀਕ ਹੈ, ਉਹਦੇ ਜਿਹੜੇ ਚੀਫ ਜਸਟਿਸ ਦਾ ਨਾਮ ਹੈ ਤੁਸੀਂ ਯਾਦ ਰੱਖ ਸਕਦੇ ਹੋ, JK ਮਹੇਸ਼ਵਰੀ। JK ਮਹੇਸ਼ਵਰੀ। ਠੀਕ ਹੈ, ਇਸ ਤੋਂ ਇਲਾਵਾ ਜਿਹੜਾ ਤੇਲੰਗਾਨਾ ਸੀਗਾ 2 ਜੂਨ 2014 ਨੂੰ ਆਂਧਰਾ ਪ੍ਰਦੇਸ਼ ਤੋਂ ਸੈਪਰੇਟ ਹੋਇਆ ਸੀ। ਠੀਕ ਹੈ, ਆਂਧਰਾ ਪ੍ਰਦੇਸ਼ ਤੋਂ ਸੈਪਰੇਟ ਹੋਇਆ ਸੀ। ਇੰਨੀ ਕੁ ਇਨਫੋਰਮੇਸ਼ਨ ਜਿਹੜੀ ਤੁਸੀਂ ਇਹਦੇ ਤੋਂ ਯਾਦ ਰੱਖਣੀ ਹੈ। ਹਾਂਜੀ, ਅਗਲੀ ਕੁਐਸਚਨ 'ਤੇ ਆ ਜਾਓ। ਵਿਚ ਯੂਨੀਅਨ ਮਿਨਿਸਟਰ ਰੀਸੈਂਟਲੀ ਲਾਂਚਡ ਏ ਸਿਲਕ ਮਾਸਕ ਗਿਫਟ ਬਾਕਸ। ਕਿਹੜੇ ਯੂਨੀਅਨ ਮਿਨਿਸਟਰ ਨੇ ਰੀਸੈਂਟਲੀ ਸਿਲਕ ਮਾਸਕ ਗਿਫਟ ਬਾਕਸ ਹੈ ਜਿਹੜਾ ਇਹ ਲਾਂਚ ਕੀਤਾ? ਆਪਸ਼ਨ ਏ ਨਰਿੰਦਰ ਮੋਦੀ, ਆਪਸ਼ਨ ਬੀ ਸਮ੍ਰਿਤੀ ਇਰਾਨੀ, ਆਪਸ਼ਨ ਸੀ ਨਿਤਿਨ ਗਡਕਰੀ, ਜਾਂ ਫਿਰ ਆਪਸ਼ਨ ਡੀ ਅਮਿਤ ਸ਼ਾਹ। ਹਾਂਜੀ, ਇਹਦਾ ਆਨਸਰ ਆਊਗਾ ਨਿਤਿਨ ਗਡਕਰੀ, ਯਾਨੀ ਕਿ ਆਪਸ਼ਨ ਨੰਬਰ ਸੀ ਇਹਦਾ ਆਨਸਰ ਹੈ। ਇਹਨਾਂ ਨੇ ਸਿਲਕ ਮਾਸਕ ਗਿਫਟ ਬਾਕਸ ਜਿਹੜਾ ਲਾਂਚ ਕੀਤਾ, ਇਹਦੇ ਵਿੱਚ 4 ਮਾਸਕ ਹੋਣਗੇ ਡਿਫਰੈਂਟ ਕਲਰਸ ਦੇ ਅਤੇ ਡਿਫਰੈਂਟ ਡਿਜ਼ਾਈਨਸ ਦੇ। ਟ੍ਰਿਪਲ ਲੇਅਰ ਹੋਊਗੀ ਉਹਨਾਂ ਦੀ, ਟ੍ਰਿਪਲ ਲੇਅਰ ਹੋਊਗੀ, ਅਤੇ ਰੀਯੂਜ਼ੇਬਲ ਹੋਣਗੇ, ਮਤਲਬ ਕਿ ਇਹ ਵਾਸ਼ ਕਰਕੇ ਦੁਬਾਰਾ ਤੋਂ ਉਹਨੂੰ ਆਪਾਂ ਯੂਜ਼ ਕਰ ਸਕਾਂਗੇ। ਠੀਕ ਹੈ, ਨਿਤਿਨ ਗਡਕਰੀ ਨੇ ਜਿਹੜੇ MSME ਦੇ ਵੀ ਯੂਨੀਅਨ ਮਿਨਿਸਟਰ ਨੇ। ਓਕੇ, ਇਹਨੂੰ ਡੈਵਲਪ ਕਿਹਨੇ ਕੀਤਾ ਹੈ? ਇਹਨੂੰ ਜਿਹੜੇ ਇਹ ਮਾਸਕ ਨੇ, ਇਹਨੂੰ ਡੈਵਲਪ ਕਿਹਨੇ ਕੀਤਾ? KVIC ਨੇ। KVIC ਦਾ ਮਤਲਬ ਖਾਦੀ ਐਂਡ ਵਿਲੇਜ ਇੰਡਸਟਰੀਜ਼ ਕਮਿਸ਼ਨ। ਠੀਕ ਹੈ, KVIC ਬਣਿਆ ਕਿੰਨੇ 'ਚ? 1957 ਦੇ ਵਿੱਚ। ਹੈੱਡਕੁਆਟਰ ਇਹਦਾ ਕਿੱਥੇ ਹੈ? ਮੁੰਬਈ ਦੇ ਵਿੱਚ। ਚੇਅਰਮੈਨ ਦਾ ਨਾਮ ਹੈਗਾ ਵਿਨੇ ਸਕਸੇਨਾ। ਵਿਨੇ ਸਕਸੇਨਾ। ਕਲੀਅਰ ਹੈ ਜੀ, ਇੱਥੇ ਤੱਕ ਇਹਨੂੰ ਯਾਦ ਰੱਖਿਓ। ਅਗਲੇ ਕੁਐਸਚਨ 'ਤੇ ਚੱਲਦੇ ਹਾਂ। ਨੈਕਸਟ ਕੁਐਸਚਨ ਹੈ, ਇੰਡੀਆ ਇਜ਼ ਪਲਾਨਿੰਗ ਟੂ ਬਿਲਡ ਏ ਸੋਲਰ ਪਾਵਰ ਪਾਰਕ ਇਨ ਵਿਚ ਕੰਟਰੀ। ਇੰਡੀਆ ਪਲਾਨ ਕਰ ਰਿਹਾ ਕਿ ਸੋਲਰ ਪਾਵਰ ਪਾਰਕ ਹੈ ਜਿਹੜਾ ਬਿਲਡ ਕਰੂਗਾ ਕਿਸ ਕੰਟਰੀ ਦੇ ਵਿੱਚ? ਆਪਸ਼ਨ ਏ ਬੰਗਲਾਦੇਸ਼, ਆਪਸ਼ਨ ਬੀ ਸ਼੍ਰੀਲੰਕਾ, ਆਪਸ਼ਨ ਸੀ ਮਾਲਦੀਵਸ, ਜਾਂ ਫਿਰ ਆਪਸ਼ਨ ਡੀ ਨੇਪਾਲ। ਹਾਂਜੀ, ਇਹਦਾ ਕਰੈਕਟ ਆਨਸਰ ਹੈਗਾ ਆਪਸ਼ਨ ਨੰਬਰ ਬੀ, ਯਾਨੀ ਕਿ ਸ਼੍ਰੀਲੰਕਾ। ਸ਼੍ਰੀਲੰਕਾ ਦੇ ਵਿੱਚ ਪਲਾਨ ਕਰ ਰਿਹਾ ਬਿਲਡ ਕਰਨ ਲਈ ਸੋਲਰ ਪਾਵਰ ਪਾਰਕ। ਠੀਕ ਹੈ,
इस तो तुसीं कुछ होर रिवाइज़ कर सकते हो श्रीलंका तो। हुण जो सोलर पावर पार्क की गल आई है तो तुहानूं ISA बारे पता होना चाहिए, इंटरनैशनल सोलर अलायंस, जिहदा हैडकुआटर कित्थे है, गुरुग्राम दे विच। गुरुग्राम दे विच श्रीलंका की जे मैं गल करां तो इहदियां दो कैपिटल्स ने जयवर्धनेपुरा कोटे ते कोलंबो। जयवर्धनेपुरा कोटे दी लैजिसलेटिव कैपिटल है, कोलंबो इहदी एग्जीक्यूटिव ते जुडिशरी कैपिटल है। ओके, लैजिसलेटिव का की मतलब होंदा है कि जिथे कानून वगैरह बनाए जाते हैं। एग्जीक्यूटिव ते जुडिशरी का मतलब आप समझ सकते कि जिथे लागू करन दा काम होंदा है, ठीक है, तो वो इहदी कैपिटल है। ओके, PM इहदे चौथे टाइम दोबारा तो बने ने, श्रीलंका के जिहड़े PM ने चौथी बार बने ने दोबारा तो। की नाम है उन्हों का? हाँ जी, उन्हों नाम हैगा महिंदा राजपक्षा, ठीक है। तो इन्हों ओथ किने दवाई है? इन्हों के छोटे भरा उतों के प्रैजीडेंट ने, उन्होंने ओथ कराई है, गोटाबाया राजपक्षा। ये भी याद रखियो। श्रीलंका तो याद रखना हंबनतोता पोर्ट है जी इत्थे 99 ईयर्स के लिए चाइना कोल गिरवी है। दो एक्सरसाइज रिवाइज रखनिया ने। मित्र शक्ति है जी इंडिया तो श्रीलंका की ही है जी एक्सरसाइज है, बट ये मिलटरी एक्सरसाइज है। इस तो इलावा एक होर एक्सरसाइज याद रखनी है, स्लीनैक्स। ये भी इंडिया तो श्रीलंका की एक्सरसाइज है। SL मतलब श्रीलंका, IN मतलब इंडिया, EX मतलब एक्सरसाइज। तो ये सारा कुछ तुसीं जिहड़ा श्रीलंका तो याद रखना। हाँ जी, अगले क्वेश्चन पर चलते हैं। नैक्सट क्वेश्चन है, हू हैज़ टॉप्ड द लिस्ट ऑफ मोस्ट एक्सपेंसिव एक्टर्स ऑफ द ईयर 2020 रिलीज्ड बाय फोर्ब्स मैगजीन। हाँ जी, फोर्ब्स मैगजीन ने जी लिस्ट दी है एक्सपेंसिव एक्टर्स की, सब तो महंगे जोड़े एक्टर ने, ठीक है, 2020 के। उन्होंने टॉप किने किया, ये क्वेश्चन है तुहाडा। A ड्वेने जॉनसन, B रणवीर सिंह, C अक्षय कुमार, D नन ऑफ दीज। इसका आंसर करैक्ट आंसर है जी ऑप्शन नंबर A। इन्हों आप दी रॉक के नाम नाल भी जानते हैं, दी रॉक के नाम नाल भी जानते हैं। ये याद रखियो। जिहड़ी इन्हां दी एक ईयर की इनकम बनाई दसी हैगी, एक लास्ट ईयर की इनकम 87.5 मिलियन US$ दसी है। ये याद रखना है। इस तो इलावा अक्षय कुमार है, अपने इंडिया के विचों इको एक परसन है जोड़े ये इनकलूड किए गए हैं। उन्होंने रैंक है 6वां। अक्षय कुमार का भी याद रखियो। और इन्हों की जी नैटवर्थ दसी है 48.5 मिलियन US$ एक ईयर की, ठीक है, ये भी याद रखना है। अच्छा, डैनी जॉनसन तो तुसीं एक होर पॉइंट रिवाइज कर सकते हो। इंस्टाग्राम के उत्ते पोस्ट के उत्तों सब तो वध कमाई करन दे मामले दे विच जे कोई टॉप ते तां भी यही नहीं, ठीक है। इन्नी इन्फॉर्मेशन इत्थों तुसीं रिवाइज रखनी है। अगला क्वेश्चन है जी, विच स्पेस टैक स्टार्टअप सक्सैसफुली टेस्टेड एन अपर स्टेज रॉकेट कॉल्ड रमन। हाँ जी, कहते वो किहड़ा स्पेस टैक है, स्टार्टअप है जिन्होंने सक्सैसफुली टेस्ट किया एक अपर स्टेज रॉकेट इंजन जिसका नाम हैगा रमन, ठीक है। इसका आंसर की हैगा? A ऑप्शन इसरो, या B ऑप्शन स्पेसएक्स, या फिर C नासा, या फिर D स्काई रूट एरोस्पेस। हाँ जी, इसका जो करैक्ट आंसर हैगा वो हैगा ऑप्शन नंबर D स्काई रूट एरोस्पेस। इन्होंने ही लॉन्च किया, सक्सैसफुली टेस्ट किया है। तुसीं याद रखना है, ये टेस्ट करन दे नाल नाल ये पहली प्राइवेट फॉर्म बन गई जिसने इंडिया च बने रॉकेट इंजन नूं सक्सैसफुली टेस्ट किया, ठीक है। और इन्हों का नाम जो रमन हैगा CV रमन के नाम से है, जिन्हें नोबल प्राइज़ विजेता भी ने फिजिक्स की कैटागरी के इन्हों जो नोबल प्राइज़ है मिलिया सीगा। और ये जो रॉकेट हैगा ना, ये 3D प्रिंटड रॉकेट इंजन है, ये भी याद रखियो। दिसंबर 2021 तक है जो अर्थ के लोअर ऑर्बिट के लॉन्च कर दिता जाऊगा, ठीक है। ये सारा कुछ की ये तो याद रखना है। हाँ जी, अगले क्वेश्चन पर चलते हैं। नैक्सट क्वेश्चन है, विच यूनियन मिनिस्टर हैज़ लॉन्च दी रेलवे म्यूजियम एट हुबली। हाँ जी, हुबली दे विच किहड़े यूनियन मिनिस्टर ने जिहड़ा रेलवे म्यूजियम है लॉन्च किया है? ऑप्शन नंबर A पीयूष गोयल, ऑप्शन नंबर B स्मृति ईरानी, ऑप्शन नंबर C प्रहलाद जोशी, D ऑप्शन हैगा A ते B दोनों ही है, E ऑप्शन हैगा A ते C तुहाडे A दोनों ने। इसका करैक्ट आंसर आऊगा पीयूष गोयल ने ते प्रहलाद जोशी ने, ठीक है। इन्होंने दोनों ने ही किया जी, तो मतलब कि ऑप्शन नंबर A ते C यानी कि करैक्ट आंसर हैगा तुहाडा ऑप्शन नंबर E, ठीक है। ध्यान नाल लाउणा, एवें दे क्वेश्चन पेपर दे विच आ जांदे ने, ऑप्शनस कन्फ्यूजिंग होंदियां उत्ते, होर कुछ नहीं हुंदा। इन्होंने ही इनैगोरेट किया है, ठीक है। जिहड़े पीयूष गोयल ने अपने रेल मंत्री ने, तुहानूं पता ही है। प्रहलाद जोशी जी ने अपने पार्लीमेंटरी अफेयर मिनिस्टर ने। वीडियो कॉन्फ्रेंसिंग के जरिए ये लॉन्च किया गया, ठीक है, इनैगोरेट किया है। हुबली कित्थे हैगी? करनाटका तो याद रखना कि कैपिटल की है बेंगलुरु याद रखना। CM किहड़े ने? BS येदियुरप्पा। गवर्नर ने वजूभाई भाला।
ਇਹ ਵੀ ਯਾਦ ਰੱਖ ਲਿਓ। ਇਸ ਤੋਂ ਇਲਾਵਾ ਨੈਸ਼ਨਲ ਪਾਰਕ ਕਿਹੜੇ ਕਿਹੜੇ ਨੇਗੇ ਇੱਥੇ, ਉਹ ਤੁਸੀਂ ਸਾਰੇ ਰਿਵਾਈਜ਼ ਕਰ ਸਕਦੇ ਹੋ। ਅੰਸ਼ੀ ਨੈਸ਼ਨਲ ਪਾਰਕ, ਬੰਦੀਪੁਰ ਨੈਸ਼ਨਲ ਪਾਰਕ, ਕਦੇਰਮੁਖ ਨੈਸ਼ਨਲ ਪਾਰਕ ਅਤੇ ਨਗਰ ਹੋਲ ਨੈਸ਼ਨਲ ਪਾਰਕ। ਇਹ ਸਾਰੇ ਜਿਹੜੇ ਨੈਸ਼ਨਲ ਪਾਰਕ ਨੇ ਇੱਥੇ ਹੀ ਨੇ, ਠੀਕ ਹੈ ਜੀ। ਇਹ ਸਾਰੇ ਤੋਂ ਰਿਵਾਈਜ਼ ਰੱਖਣੇ ਆ। ਹਾਂਜੀ, ਅਗਲੀ ਨਿਊਜ਼ 'ਤੇ ਚੱਲਦੇ ਹਾਂ। ਅਗਲਾ ਆਪਣਾ ਕੁਐਸਚਨ ਹੈਗਾ, ਹੂ ਰੀਸੈਂਟਲੀ ਵੌਨ ਦੀ 17th ਐਨੀਵਰਸਰੀ ਗ੍ਰੈਂਡ ਪ੍ਰਿਕਸ F1 ਰੇਸ। ਕਿੰਨਾ ਨੇ ਇਹ ਵਿਨ ਕੀਤੀ ਹੈ, ਇਹਦਾ ਆਨਸਰ ਦੱਸੋ ਜੀ। ਆਪਸ਼ਨ ਏ ਮੈਕਸ ਵਰਸਟੈਪਨ, ਬੀ ਵਲਟੈਰੀ ਬਟਾਸ, ਜਾਂ ਫਿਰ ਸੀ ਲਿਸ ਹੈਮਿਲਟਨ, ਜਾਂ ਫਿਰ ਡੀ ਨਨ। ਹਾਂਜੀ, ਇਹਦਾ ਕਰੈਕਟ ਆਨਸਰ ਹੈਗਾ ਆਪਸ਼ਨ ਨੰਬਰ ਏ ਮੈਕਸ ਵਰਸਟੈਪਨ। ਇਹਨਾਂ ਨੇ ਹੀ ਵਿਨ ਕੀਤਾ, ਇਹ ਰੈੱਡ ਬੁੱਲ ਦੇ ਖਿਡਾਰੀ ਨੇ, ਠੀਕ ਹੈ। ਇਸ ਤੋਂ ਇਲਾਵਾ ਆਪਾਂ ਕੁਝ ਹੋਰ ਰਿਵੀਜ਼ਨ ਕਰ ਸਕਦੇ ਹਾਂ। ਉਹ ਕੀ ਹੈ, ਆਸਟ੍ਰੇਲੀਅਨ ਗ੍ਰੈਂਡ ਪ੍ਰਿਕਸ ਇਹ ਕਿੰਨਾ ਨੇ ਵਿਨ ਕੀਤੀ ਹੈ, ਵਲਟਾਰੀ ਬਟਾਸ ਨੇ। ਇਹ ਵੀ ਨਾਮ ਯਾਦ ਰੱਖਿਓ। ਇਸ ਤੋਂ ਇਲਾਵਾ ਸਟੇਰੀਅਨ ਗ੍ਰੈਂਡ ਪ੍ਰਿਕਸ, ਹੰਗਰੀਅਨ ਗ੍ਰੈਂਡ ਪ੍ਰਿਕਸ ਅਤੇ ਬ੍ਰਿਟਿਸ਼ ਗ੍ਰੈਂਡ ਪ੍ਰਿਕਸ, ਇਹ ਤਿੰਨੋਂ ਕਿਹਨੇ ਵਿਨ ਕੀਤੇ ਨੇ, ਲੈਵਿਸ ਹੈਮਿਲਟਨ ਨੇ। ਇਹ ਸਾਰੀ ਇਨਫੋਰਮੇਸ਼ਨ ਇਹ ਤੋਂ ਤੁਸੀਂ ਯਾਦ ਰੱਖਣੀ ਹੈ। ਹਾਂਜੀ, ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਨੈਕਸਟ ਕੁਐਸਚਨ ਹੈ, ਵਿਚ ਡੇ ਇਜ਼ ਓਬਜ਼ਰਵਡ ਐਜ਼ ਇੰਟਰਨੈਸ਼ਨਲ ਯੂਥ ਡੇ। ਕਿਹੜੇ ਡੇ ਨੂੰ ਇੰਟਰਨੈਸ਼ਨਲ ਯੂਥ ਡੇ ਦੇ ਤੌਰ 'ਤੇ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ ਹੈ। 10 ਅਗਸਤ, 12 ਅਗਸਤ, 1 ਅਗਸਤ ਜਾਂ ਫਿਰ 12 ਜਨਵਰੀ। ਦੇਖੋ ਇਹਨਾਂ ਦੇ ਉੱਤੇ ਕੋਈ ਨਾ ਕੋਈ ਡੇ ਤਾਂ ਹੈਗਾ ਹੀ ਆ ਹਰੇਕ ਦੇ ਉੱਤੇ, ਬਟ ਤੁਸੀਂ ਕਰੈਕਟ ਆਨਸਰ ਕਰਨਾ ਕਿ ਕੀ ਹੈ ਇਹਦਾ ਆਨਸਰ। ਇਹਦਾ ਕਰੈਕਟ ਆਨਸਰ ਹੈ ਜੀ 12 ਅਗਸਤ, ਯਾਨੀ ਕਿ ਆਪਸ਼ਨ ਨੰਬਰ ਬੀ। ਆਪਸ਼ਨ ਨੰਬਰ ਬੀ ਇਹਦਾ ਕਰੈਕਟ ਆਨਸਰ ਹੈ, ਠੀਕ ਹੈ। ਇਹਦਾ ਕਿ ਥੀਮ ਵੀ ਸੀਗਾ ਯੂਥ ਇੰਗੇਜਮੈਂਟ ਫॉर ਗਲੋਬਲ ਐਕਸ਼ਨ, ਇਹ ਵੀ ਯਾਦ ਰੱਖਿਓ। ਔਰ ਇਹ ਸਟਾਰਟ ਕਦੋਂ ਹੋਇਆ ਮਨਾਇਆ ਜਾਣਾ, 2000 ਦੇ ਵਿੱਚ, ਠੀਕ ਹੈ, UN ਅਸੈਂਬਲੀ ਦੁਆਰਾ। ਅਤੇ 12 ਜਨਵਰੀ ਹੈ ਜਿਹੜਾ 12 ਜਨਵਰੀ ਨੈਸ਼ਨਲ ਯੂਥ ਡੇ ਹੈ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ। ਇਹ ਵੀ ਤੁਸੀਂ ਯਾਦ ਰੱਖਣਾ। 1 ਅਗਸਤ ਨੂੰ ਕਿਹੜਾ ਡੇ ਮਨਾਇਆ ਜਾਂਦਾ, ਮੁਸਲਿਮ ਵਿਮਨ ਰਾਈਟ ਡੇ। ਅਗਸਤ ਨੂੰ ਕਿਹੜਾ ਡੇ ਸੈਲੀਬ੍ਰੇਟ ਕੀਤਾ ਜਾਂਦਾ, ਵਰਲਡ ਬਾਇਓਫਿਊਲ ਡੇ ਅਤੇ ਵਰਲਡ ਲੋਇਨ ਡੇ। ਇਹ ਯਾਦ ਰੱਖਿਓ। ਹਾਂਜੀ, ਨੈਕਸਟ ਕੁਐਸਚਨ ਹੈ, ਹੂ ਬਿਕੇਮ ਦੀ ਫਸਟ ਕੰਟਰੀ ਟੂ ਰਜਿਸਟਰ ਦੀ ਕਰੋਨਾ ਵੈਕਸੀਨ। ਇਹੋ ਜਿਹੀ ਕਿਹੜੀ ਪਹਿਲੀ ਕੰਟਰੀ ਬਣ ਗਈ ਜਿਹਨੇ ਕਰੋਨਾ ਦੀ ਵੈਕਸੀਨ ਨੂੰ ਰਜਿਸਟਰ ਕਰਾਤਾ। ਏ ਆਪਸ਼ਨ ਇਜ਼ ਅਮੈਰੀਕਾ, ਬੀ ਇਜ਼ ਰਸ਼ੀਆ, ਸੀ ਇਜ਼ ਚਾਈਨਾ ਐਂਡ ਡੀ ਇਜ਼ ਜਾਪਾਨ। ਹਾਂਜੀ, ਇਹਦਾ ਕਰੈਕਟ ਆਨਸਰ ਹੈਗਾ ਆਪਸ਼ਨ ਨੰਬਰ ਬੀ, ਦੈਟ ਇਜ਼ ਰਸ਼ੀਆ। ਰਸ਼ੀਆ ਦਾ ਕਰੈਕਟ ਆਨਸਰ ਹੈ। ਓਕੇ, ਉਸ ਵੈਕਸੀਨ ਦਾ ਨੇਮ ਕੀ ਹੈਗਾ, ਸਪੁਤਨਿਕ 5, ਠੀਕ ਹੈ, ਇਹਦਾ ਨਾਮ ਹੈ, ਠੀਕ ਹੈ। ਉੱਥੋਂ ਦੀ ਜਿਹੜੀ ਰਸ਼ੀਆ ਦੀ ਹੈਲਥ ਮਿਨਿਸਟਰੀ ਹੈ, ਉਹਨੇ ਇਹਨੂੰ ਦੁਨੀਆ ਦੀ ਪਹਿਲੀ ਕਰੋਨਾ ਵੈਕਸੀਨ ਦੇ ਰੂਪ 'ਚ ਲਾਂਚ ਕਰਨ ਦਾ ਜਿਹੜੀ ਪਰਮਿਸ਼ਨ ਹੈ ਇਹ ਦੇਤੀ, ਠੀਕ ਹੈ। ਰਸ਼ੀਆ ਤੋਂ ਆਪਾਂ ਹੁਣੇ ਹੀ ਥੋੜ੍ਹੇ ਸਾਰੀ ਸਟੈਟਿਕ ਜਿਹੜੇ ਪੁਆਇੰਟ ਨੇ ਰਿਵਾਈਜ਼ ਕਰਕੇ ਹਟੇ ਹਾਂ, ਇਸ ਲਈ ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਹਾਂਜੀ, ਵਿਚ ਕੰਟਰੀ ਅਨਾਊਂਸਡ ਏ ਵਾਰ ਮੈਮੋਰੀਅਲ ਫॉर ਇੰਡੀਅਨ ਸੋਲਜਰਸ। ਕਿਹੜੀ ਕੰਟਰੀ ਨੇ ਅਨਾਊਂਸ ਕੀਤਾ ਵਾਰ ਮੈਮੋਰੀਅਲ ਬਣਾਉਣ ਦਾ ਇੰਡੀਅਨ ਸੋਲਜਰਸ ਲਈ। ਏ ਸ਼੍ਰੀਲੰਕਾ, ਬੀ ਬੰਗਲਾਦੇਸ਼, ਸੀ ਜਾਪਾਨ, ਡੀ ਮਾਲਦੀਵਸ। ਇਹਦਾ ਕਰੈਕਟ ਆਨਸਰ ਹੈਗਾ ਆਪਸ਼ਨ ਨੰਬਰ ਬੀ, ਬੰਗਲਾਦੇਸ਼। ਬੰਗਲਾਦੇਸ਼ ਨੇ ਅਨਾਊਂਸ ਕੀਤਾ ਹੈਗਾ, ਠੀਕ ਹੈ। 1971 ਦੀ ਜਿਹੜੀ ਵਾਰ ਸੀਗੀ ਇੰਡੀਆ ਅਤੇ ਪਾਕਿਸਤਾਨ ਦੀ ਵਾਰ, ਉਹਦੇ ਵਿੱਚ ਜਿਹੜੇ ਆਪਣੇ ਇੰਡੀਅਨ ਸੋਲਜਰ ਸ਼ਹੀਦ ਹੋਏ ਸੀਗੇ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਇਹ ਬਣਾਇਆ ਜਾਊਗਾ, ਠੀਕ ਹੈ। ਇਸ ਤੋਂ ਇਲਾਵਾ ਬੰਗਲਾਦੇਸ਼ ਤੁਸੀਂ ਕੀ ਰਿਵਾਈਜ਼ ਕਰ ਸਕਦੇ ਹੋ, ਉੱਥੋਂ ਦੇ PM ਦਾ ਨੇਮ ਸ਼ੇਖ ਹਸੀਨਾ, ਪ੍ਰੈਜ਼ੀਡੈਂਟ ਹੈਗੇ ਆ ਜੀ ਅਬਦੁਲ ਹਾਮਿਦ, ਠੀਕ ਹੈ। ਕਰੰਸੀ ਕੈਪੀਟਲ ਰਿਵਾਈਜ਼ ਕਰ ਸਕਦੇ ਹੋ। ਇਹ ਤਾਂ ਤੁਸੀਂ ਕੀ ਯਾਦ ਰੱਖਣਾ, ਢਾਕਾ ਅਤੇ ਜਾਟੀਆ ਸੰਸਦ। ਤੁਹਾਨੂੰ ਇੱਦਾਂ ਹੀ ਕਰਵਾਇਆ ਹੋਇਆ। ਟਕਾ ਉੱਥੋਂ ਦੀ ਕਰੰਸੀ ਹੈ, ਢਾਕਾ ਉੱਥੋਂ ਦੀ ਕੈਪੀਟਲ ਹੈ, ਜਾਟੀਆ ਸੰਸਦ ਹੈ ਜਿਹੜੀ ਉੱਥੋਂ ਦੀ ਸੰਸਦ ਦਾ ਨਾਮ ਹੈ। ਇਹ ਤਿੰਨੇ ਪੁਆਇੰਟ ਬੰਗਲਾਦੇਸ਼ ਤੋਂ ਯਾਦ ਰੱਖਣੇ। ਇਸ ਤੋਂ ਇਲਾਵਾ ਤੁਸੀਂ ਕੀ ਯਾਦ ਰੱਖ ਸਕਦੇ ਹੋ, ਬੰਗਲਾਦੇਸ਼ ਦਾ ਜਿਹੜਾ ਨੈਸ਼ਨਲ ਐਂਥਮ ਹੈਗਾ ਅਮਰ ਸੋਨਾਲ ਬੰਗਲਾ। ਇਹ ਜਿਹੜਾ ਰਵਿੰਦਰਨਾਥ ਟੈਗੋਰ ਜੀ ਨੇ ਦਿੱਤਾ ਸੀ, ਬਟ ਉਹਨਾਂ ਨੇ ਦਿੱਤਾ ਸੀ ਐਜ਼ ਅ ਨੈਸ਼ਨਲ ਸੌਂਗ, ਪਰ ਬੰਗਲਾਦੇਸ਼ ਨੇ ਇਹਨੂੰ ਅਡੋਪਟ ਕੀਤਾ ਐਜ਼ ਅ ਨੈਸ਼ਨਲ ਐਂਥਮ। ਇਹ ਵੀ ਤੁਸੀਂ ਇਹਦੇ ਤੋਂ ਯਾਦ ਰੱਖ ਸਕਦੇ ਹੋ। ਹਾਂਜੀ, ਅਗਲੇ ਕੁਐਸਚਨ 'ਤੇ ਚੱਲਦੇ ਹਾਂ। ਅਕੋਰਡਿੰਗ ਟੂ ਰੀਸੈਂਟਲੀ ਰਿਲੀਜ਼ਡ ਬਲੂਮਬਰਗ ਰਿਪੋਰਟ, ਐਟ ਵਿਚ ਪਲੇਸ ਡਿਡ ਦੀ ਮੁਕੇਸ਼ ਅੰਬਾਨੀ ਬਿਕਮ ਦੀ ਰਿਚੈਸਟ ਪਰਸਨ। ਰੀਸੈਂਟਲੀ ਬਲੂਮਬਰਗ ਦੀ ਰਿਪੋਰਟ ਆਈ ਹੈ ਜੀ ਰਿਚੈਸਟ ਪਰਸਨ ਦੀ, ਤਾਂ ਉਹਦੇ ਵਿੱਚ ਜਿਹੜੇ ਮੁਕੇਸ਼ ਅੰਬਾਨੀ ਨੇ ਕਿਹੜੇ ਰੈਂਕ ਦੇ ਉੱਤੇ ਸਟੈਂਡ ਕਰਦੇ ਆ ਇਹ ਤੁਸੀਂ ਦੱਸਣਾ ਹੈ। ਆਪਸ਼ਨ ਨੰਬਰ ਏ ਫਸਟ, ਆਪਸ਼ਨ ਨੰਬਰ ਬੀ ਸੈਕਿੰਡ, ਆਪਸ਼ਨ ਨੰਬਰ ਸੀ ਥਰਡ, ਜਾਂ ਫਿਰ ਆਪਸ਼ਨ ਨੰਬਰ ਡੀ ਫੋਰਥ। ਇਹਦਾ ਕਰੈਕਟ ਆਨਸਰ ਹੈ ਜੀ ਆਪਸ਼ਨ ਨੰਬਰ ਡੀ ਫੋਰਥ। ਚੌਥੇ ਨੰਬਰ 'ਤੇ ਨੇ ਮੁਕੇਸ਼ ਅੰਬਾਨੀ, 80.6 ਬਿਲੀਅਨ US$ ਦੀ ਇਹਨਾਂ ਦੀ ਨੈਟਵਰਥ ਦੱਸੀ ਗਈ ਹੈ, ਠੀਕ ਹੈ। ਤਾਂ ਤੁਹਾਨੂੰ ਪਹਿਲੇ ਤਿੰਨਾਂ ਦਾ ਨਾਮ ਵੀ ਪਤਾ ਹੋਣਾ ਚਾਹੀਦਾ। ਪਹਿਲੇ ਨੰਬਰ 'ਤੇ ਨੇ ਜੈਫ ਬੈਜ਼ਸ ਜਿਹੜੇ ਕਿ ਐਮਾਜ਼ੋਨ ਦੇ ਫਾਊਂਡਰ ਨੇ। 2 ਨੰਬਰ 'ਤੇ ਹੈਗੇ ਨੇ ਜੀ, ਸੈਕਿੰਡ ਨੰਬਰ 'ਤੇ ਹੈਗੇ ਆ ਬਿਲ ਗੇਟਸ ਜਿਹੜੇ ਕਿ ਮਾਈਕਰੋਸਾਫਟ ਦੇ ਫਾਊਂਡਰ ਨੇ। ਥਰਡ 'ਤੇ ਹੈਗੇ ਨੇ ਮਾਰਕ ਜ਼ਕਰਬਰਗ ਜਿਹੜੇ ਕਿ FB ਯਾਨੀ ਕਿ ਫੇਸਬੁੱਕ ਦੇ ਫਾਊਂਡਰ ਨੇ। ਤਾਂ ਇਹ ਚਾਰੇ ਦੇ ਚਾਰੇ ਰੈਂਕ ਤੁਸੀਂ ਯਾਦ ਰੱਖਣੇ ਨੇ। ਚੌਥੇ ਨੰਬਰ 'ਤੇ ਮੁਕੇਸ਼ ਅੰਬਾਨੀ ਰਿਲਾਇੰਸ ਜੀਓ ਦੇ ਨੇ, ਠੀਕ ਹੈ। ਸਾਰੀ ਰਿਵਾਈਜ਼ ਰੱਖਣੇ। ਹਾਂਜੀ,
ਨੈਕਸਟ ਕੁਐਸਚਨ ਹੈ ਆਪਣਾ, ਰੀਸੈਂਟਲੀ ਦੀ CM ਆਫ UP ਇਨੈਗੋਰੇਟਡ ਦੀ 400 ਬੈੱਡ COVID-19 ਹਸਪੀਟਲ ਇਨ ਵਿਚ ਡਿਸਟ੍ਰਿਕਟ। ਰੀਸੈਂਟਲੀ ਜਿਹੜੇ CM ਨੇ UP ਦੇ, ਉਹਨਾਂ ਨੇ ਇਨੈਗੋਰੇਟ ਕੀਤਾ 400 ਬੈੱਡ ਵਾਲਾ COVID-19 ਹਸਪੀਟਲ ਕਿਹੜੇ ਡਿਸਟ੍ਰਿਕਟ ਦੇ ਵਿੱਚ, ਕਿਸ ਡਿਸਟ੍ਰਿਕਟ ਦੇ ਵਿੱਚ ਲਾਂਚ ਕੀਤਾ UP ਦੇ ਕਿਹੜੇ ਡਿਸਟ੍ਰਿਕਟ ਦੇ ਵਿੱਚ? ਹਾਂਜੀ, ਨੋਇਡਾ, ਪ੍ਰਯਾਗਰਾਜ, ਲਖਨਊ ਜਾਂ ਫਿਰ ਨਨ ਆਫ ਦੀਸ। ਇਹਨਾਂ ਦਾ ਕੀ ਆਂਸਰ ਹੈ, ਤੁਸੀਂ ਦੱਸੋ ਕਰੈਕਟ। ਇਹਦਾ ਕਰੈਕਟ ਆਂਸਰ ਹੈ ਜੀ ਨੋਇਡਾ, ਗੌਤਮ ਬੁੱਧ ਨਗਰ ਦੇ ਨਾਮ ਨਾਲ ਵੀ ਇਹਨੂੰ ਜਾਣਿਆ ਜਾਂਦਾ ਹੈ। ਬਹੁਤ ਇੰਪੋਰਟੈਂਟ ਹੈ, ਠੀਕ ਹੈ, ਇਹਨੂੰ ਧਿਆਨ ਨਾਲ ਤੁਸੀਂ ਯਾਦ ਰੱਖ ਲਿਓ। CM ਕਿਹੜੇ ਨੇ UP ਦੇ, ਤੁਹਾਨੂੰ ਸਭ ਨੂੰ ਪਤਾ ਯੋਗੀ ਆਦਿੱਤਿਆਨਾਥ ਨੇ, ਠੀਕ ਹੈ। ਇਸ ਤੋਂ ਇਲਾਵਾ ਜੇ ਤੁਹਾਨੂੰ ਪੁੱਛ ਲੈਣ ਕਿ ਦੁਨੀਆ ਦਾ ਲਾਰਜੈਸਟ ਕੋਵਿਡ ਕੇਅਰ ਸੈਂਟਰ ਕਿੱਥੇ ਇਨੈਗੋਰੇਟ ਕੀਤਾ ਗਿਆ ਹੈਗਾ, ਤਾਂ ਉਹ ਬੈਂਗਲੁਰੂ ਦੇ ਵਿੱਚ ਹੈ। ਉਹਦੀ ਕੈਪੈਸਿਟੀ ਕਿੰਨੇ ਦੀ ਹੈ? 10,100 ਬੈੱਡ ਦੀ। ਅਤੇ ਦੂਜੇ ਨੰਬਰ 'ਤੇ ਪੁੱਛ ਲੈਣ ਕਿ ਵਰਲਡ ਦਾ ਸੈਕਿੰਡ ਲਾਰਜੈਸਟ ਕੋਵਿਡ ਕੇਅਰ ਸੈਂਟਰ ਕਿੱਥੇ ਇਨੈਗੋਰੇਟ ਕੀਤਾ, ਉਹਦਾ ਆਂਸਰ ਆਊਗਾ ਦਿੱਲੀ। ਉਹਦੀ ਕੈਪੈਸਿਟੀ ਕਿੰਨੀ ਹੈ? 10,000 ਬੈੱਡਸ ਦੀ, ਔਰ ਇਹਦੀ ਕਿੰਨੀ ਹੈ? 400 ਦੀ। ਤਿੰਨੇ ਤਰੀਕਿਆਂ ਨਾਲ ਯਾਦ ਰੱਖਣੇ ਆ ਜੀ। ਗਵਰਨਰ ਹੈਗੇ ਨੇ ਇੱਥੋਂ ਦੇ ਆਨੰਦੀਬੇਨ ਪਟੇਲ, ਜਿਨ੍ਹਾਂ ਨੂੰ MP ਦਾ ਐਡੀਸ਼ਨਲ ਚਾਰਜ ਦਿੱਤਾ ਗਿਆ। ਦੁਧਵਾ ਨੈਸ਼ਨਲ ਪਾਰਕ ਵੀ ਇੱਥੇ ਹੀ ਹੈ, ਠੀਕ ਹੈ। UP ਦੇ ਇਲਾਹਾਬਾਦ ਕੋਰਟ ਦੇ ਜਿਹੜੇ ਹਾਈ ਕੋਰਟ ਦੇ ਚੀਫ ਜਸਟਿਸ ਨੇ, ਉਹਨਾਂ ਦਾ ਨਾਮ ਯਾਦ ਰੱਖ ਲਿਓ, ਗੋਵਿੰਦ ਮਾਥੁਰ। ਕਲੀਅਰ ਹੈ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਵਿਚ ਇੰਡੀਅਨ ਸਟੇਟ ਹੈਜ਼ 2 ਵਿਲੇਜਸ ਰੈਕੋਗਨਾਈਜ਼ਡ ਐਜ਼ ਸੁਨਾਮੀ ਰੈਡੀ ਬਾਈ UNESCO। ਇੰਡੀਆ ਦੀ ਕਿਹੜੀ ਸਟੇਟ ਹੈ ਜਿਹਦੇ 2 ਵਿਲੇਜਸ ਨੇ ਉਹਨਾਂ ਨੂੰ ਰੈਕੋਗਨਾਈਜ਼ ਕੀਤਾ ਗਿਆ ਹੈਗਾ ਸੁਨਾਮੀ ਰੈਡੀ UNESCO ਵੱਲੋਂ? ਆਪਸ਼ਨ ਨੰਬਰ A ਗੁਜਰਾਤ, ਆਪਸ਼ਨ ਨੰਬਰ B ਉੜੀਸਾ, ਆਪਸ਼ਨ ਨੰਬਰ C ਤਾਮਿਲਨਾਡੂ ਜਾਂ ਫਿਰ ਆਪਸ਼ਨ ਨੰਬਰ D ਆਂਧਰਾ ਪ੍ਰਦੇਸ਼। ਹਾਂਜੀ, ਇਹਦਾ ਕਰੈਕਟ ਆਂਸਰ ਹੈਗਾ ਆਪਸ਼ਨ ਨੰਬਰ B, ਦੈਟ ਇਜ਼ ਉੜੀਸਾ। ਉੜੀਸਾ ਦੇ 2 ਵਿਲੇਜਸ ਨੇ ਜਿਨ੍ਹਾਂ ਨੂੰ ਰੈਕੋਗਨਾਈਜ਼ ਕੀਤਾ ਗਿਆ ਸੁਨਾਮੀ ਰੈਡੀ ਲਈ। ਮਤਲਬ ਕੀ ਹੈ, ਹੁਣ ਜੇ ਸੁਨਾਮੀ ਆ ਜੂਗੀ ਤਾਂ ਜਿਹੜਾ ਉੜੀਸਾ ਦੇ ਉਹ 2 ਵਿਲੇਜਸ ਨੇ ਉਹ ਉਹਨੂੰ ਟੈਕਲ ਈਜ਼ੀਲੀ ਕਰ ਸਕਦੇ ਨੇ, ਇਹ ਮਤਲਬ ਹੈਗਾ, ਠੀਕ ਹੈ। UNESCO ਨੇ ਇਹ ਚੀਜ਼ ਨੂੰ ਰੈਕੋਗਨਾਈਜੇਸ਼ਨ ਦਿੱਤੀ ਹੈ। ਹਾਂਜੀ, 2 ਵਿਲੇਜਸ ਕਿਹੜੇ ਨੇ ਉਹਨਾਂ ਦਾ ਨਾਮ ਨੋਟ ਕਰ ਲਓ। ਵੈਂਕਟੇਰਾਪੁਰ, ਅਗਲਾ ਹੈਗਾ ਨੌਲੀਆ ਸ਼ਾਹੀ ਵਿਲੇਜ, ਇਹਦੇ ਪਿੱਛੇ ਵੀ ਵਿਲੇਜ ਆਊਗਾ, ਠੀਕ ਹੈ। ਇਹ ਦੋਨੋਂ ਨੇ। ਹਾਂਜੀ, ਇਸ ਤੋਂ ਇਲਾਵਾ ਕੀ ਆਪਾਂ ਇਹ ਤੋਂ ਰਿਵਾਈਜ਼ ਕਰ ਸਕਦੇ ਹਾਂ, ਜੇ ਤੁਹਾਨੂੰ ਇਹ ਪੁੱਛ ਲੈਣ ਕਿ ਇੰਡੀਅਨ ਓਸ਼ਨ ਰੀਜਨ ਦਾ ਪਹਿਲਾ ਦੇਸ਼ ਕਿਹੜਾ ਹੈ ਜਿਹਨੂੰ ਇਹੋ ਜਿਹੀ ਰੈਕੋਗਨੀਸ਼ਨ ਮਿਲੀ ਹੈ, ਤਾਂ ਉਹ ਪਹਿਲਾ ਦੇਸ਼ ਹੈਗਾ ਇੰਡੀਆ। ਜੇ ਪੁੱਛ ਲੈਣ ਇੰਡੀਆ ਦੀ ਪਹਿਲੀ ਸਟੇਟ ਕਿਹੜੀ ਹੈ ਜਿਹਨੂੰ ਮਤਲਬ ਸੁਨਾਮੀ ਰੈਡੀ ਘੋਸ਼ਿਤ ਕੀਤਾ ਗਿਆ ਬਾਈ UNESCO, ਤਾਂ ਉੜੀਸਾ ਹੈ, ਠੀਕ ਹੈ। ਪਰਟੀਕੂਲਰ ਵਿਲੇਜਸ ਦੇ ਨੇਮ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤੇ। ਹਾਂਜੀ, ਇਸ ਤੋਂ ਇਲਾਵਾ UNESCO ਦੀ ਫੁੱਲ ਫਾਰਮ ਯੂਨਾਈਟਿਡ ਨੇਸ਼ਨ ਐਜੂਕੇਸ਼ਨਲ ਸਾਇੰਟੀਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ, ਠੀਕ ਹੈ ਜੀ। ਇਹ ਬਣੀ ਕਦੋਂ? 4 ਨਵੰਬਰ 1946 ਨੂੰ। ਹੈੱਡਕੁਆਟਰ ਹੈਗਾ ਇਹਦਾ ਪੈਰਿਸ ਦੇ ਵਿੱਚ। ਹੈੱਡ ਦਾ ਨੇਮ, ਇਹਨਾਂ ਦੇ ਹੈੱਡ ਦਾ ਨੇਮ ਪੁੱਛ ਲੈਂਦੇ ਨੇ, ਬਹੁਤ ਇੰਪੋਰਟੈਂਟ ਹੈ। ਨੇਮ ਹੈਗਾ ਇਹਨਾਂ ਦਾ ਆਡਰੇ ਔਜ਼ਲੇ, ਠੀਕ ਹੈ। ਹੁਣ ਜੇ ਮੈਂ ਗੱਲ ਕਰਾਂ ਉੜੀਸਾ ਦੇ CM ਨਵੀਨ ਪਟਨਾਇਕ ਨੇ ਜੀ, ਠੀਕ ਹੈ। ਗਵਰਨਰ ਗਣੇਸ਼ੀ ਲਾਲ ਨੇ। ਹਾਈ ਕੋਰਟ ਹੈ ਜਿਹੜੀ ਉੜੀਸਾ ਦੀ, ਉੱਥੇ ਦੇ ਚੀਫ ਜਸਟਿਸ ਦਾ ਨਾਮ ਹੈ ਮੁਹੰਮਦ ਰਫੀਕ, ਠੀਕ ਹੈ। ਚਿਲਕਾ ਜਿਹੜੀ ਝੀਲ ਹੈਗੀ, ਖਾਰੇ ਪਾਣੀ ਦੀ ਝੀਲ, ਆਪਾਂ ਨੂੰ ਪਤਾ ਉਹ ਕਿੱਥੇ ਹੈਗੀ, ਉੜੀਸਾ ਦੇ ਵਿੱਚ ਹੀ ਹੈ, ਠੀਕ ਹੈ। ਨੈਕਸਟ ਕੁਐਸਚਨ 'ਤੇ ਮੂਵ ਔਨ ਕਰਦੇ ਹਾਂ। ਨੈਕਸਟ ਕੁਐਸਚਨ ਹੈ, ਇੰਦਰਾ ਰਸੋਈ ਯੋਜਨਾ ਇਜ਼ ਸਟਾਰਟਡ ਬਾਈ ਵਿਚ ਇੰਡੀਅਨ ਸਟੇਟ। ਜਿਹੜੀ ਇੰਦਰਾ ਰਸੋਈ ਯੋਜਨਾ ਹੈ, ਇਹ ਕਿਹੜੀ ਇੰਡੀਅਨ ਸਟੇਟ ਨੇ ਸਟਾਰਟ ਕੀਤੀ ਹੈ? ਆਪਸ਼ਨ ਨੰਬਰ A ਇਜ਼ ਮਹਾਰਾਸ਼ਟਰ, ਆਪਸ਼ਨ ਨੰਬਰ B ਇਜ਼ ਪੰਜਾਬ, ਆਪਸ਼ਨ ਨੰਬਰ C ਇਜ਼ ਰਾਜਸਥਾਨ ਐਂਡ ਆਪਸ਼ਨ ਨੰਬਰ D ਇਜ਼ ਤਾਮਿਲਨਾਡੂ। ਇਹਦਾ ਆਂਸਰ ਹੈਗਾ ਜੀ ਕਰੈਕਟ ਆਪਸ਼ਨ ਨੰਬਰ C, ਦੈਟ ਇਜ਼ ਰਾਜਸਥਾਨ। ਜਿਹੜੇ ਗਰੀਬ ਅਤੇ ਲੋੜਵੰਦ ਲੋਕ ਨੇ ਉਹਨਾਂ ਲਈ ਇਹ ਸ਼ੁਰੂ ਕੀਤੀ ਗਈ ਹੈ। ਹੈਲਥੀ ਅਤੇ ਮਤਲਬ ਨਿਊਟਰੀਸ਼ੀਅਸ ਫੂਡ ਉਹਨਾਂ ਨੂੰ ਦਿੱਤਾ ਜਾਊਗਾ। 8 ਰੁਪਏ ਦੇ ਵਿੱਚ ਇੱਕ ਪਲੇਟ ਦਿੱਤੀ ਜਾਊਗੀ। ਮਤਲਬ ਕਿ ਬਹੁਤ ਹੀ ਇਹ ਰੀਜ਼ਨੇਬਲ ਪ੍ਰਾਈਸ ਹੈ ਜਿਹੜਾ ਇਹਨਾਂ ਨੇ ਫਿਕਸ ਕੀਤਾ ਕਿ ਕੋਈ ਵੀ ਭੁੱਖਾ ਨਾ ਰਹੇ, ਹੈ ਨਾ, ਹਰੇਕ ਨੂੰ ਅਵੇਲੇਬਲ ਹੈ ਜਿਹੜਾ ਭੋਜਨ ਹੋ ਸਕੇ। CM ਦੀ ਜੇ ਮੈਂ ਗੱਲ ਕਰਾਂ ਰਾਜਸਥਾਨ ਦੇ ਅਸ਼ੋਕ ਗਹਿਲੋਟ ਨੇ ਜੀ। ਗਵਰਨਰ ਦੀ ਜੇ ਮੈਂ ਗੱਲ ਕਰਾਂ ਕਲਰਾਜ ਮਿਸ਼ਰਾ, ਅਤੇ ਕੈਪੀਟਲ ਦੀ ਜੇ ਮੈਂ ਗੱਲ ਕਰਾਂ ਜੈਪੁਰ, ਦੈਟ ਇਜ਼ ਪਿੰਕ ਸਿਟੀ। ਰਣਥੰਭੋਰ ਨੈਸ਼ਨਲ ਪਾਰਕ ਹੈ ਜਿਹੜਾ ਰਾਜਸਥਾਨ ਦੇ ਵਿੱਚ ਹੀ ਹੈ। ਕਲੀਅਰ ਹੈ। ਅਗਲੇ ਕੁਐਸਚਨ 'ਤੇ ਚੱਲਦੇ ਹਾਂ। ਵਿਚ ਡੇ ਇਜ਼ ਓਬਜ਼ਰਵਡ ਐਜ਼ ਹੀਰੋਸ਼ੀਮਾ ਡੇ। ਹਾਂਜੀ, ਉਹ ਕਿਹੜਾ ਦਿਨ ਹੈ ਜਿਹੜਾ ਹੀਰੋਸ਼ੀਮਾ ਡੇ ਦੇ ਤੌਰ 'ਤੇ ਮਨਾਇਆ ਜਾਂਦਾ ਹੈ, ਓਬਜ਼ਰਵ ਕੀਤਾ ਜਾਂਦਾ ਹੈ? ਆਪਸ਼ਨ ਨੰਬਰ A, ਦੈਟ ਇਜ਼ 6 ਅਗਸਤ, ਆਪਸ਼ਨ ਨੰਬਰ B 7 ਅਗਸਤ, ਆਪਸ਼ਨ ਨੰਬਰ C 8 ਅਗਸਤ, ਆਪਸ਼ਨ ਨੰਬਰ D 9 ਅਗਸਤ। ਇਹਦਾ ਕਰੈਕਟ ਆਂਸਰ ਹੈ ਜੀ ਆਪਸ਼ਨ ਨੰਬਰ A, ਦੈਟ ਇਜ਼ 6 ਅਗਸਤ। 6 ਅਗਸਤ ਨੂੰ ਮਨਾਇਆ ਜਾਂਦਾ ਹੀਰੋਸ਼ੀਮਾ ਡੇ। 6 ਅਗਸਤ 1945 ਦੇ ਵਿੱਚ ਸੈਕਿੰਡ ਵਰਲਡ ਵਾਰ ਦੇ ਦੌਰਾਨ US ਨੇ ਜਾਪਾਨ ਦੇ ਉੱਤੇ ਜਿਹੜਾ ਇਹ ਬੰਬ ਸਿੱਟਿਆ ਸੀਗਾ, ਹੀਰੋਸ਼ੀਮਾ ਜਗ੍ਹਾ ਦਾ ਨਾਮ ਹੈ, ਪਲੇਸ ਦਾ ਨਾਮ ਹੈ, ਉੱਥੇ ਸਿੱਟਿਆ ਸੀਗਾ। ਅਤੇ ਜਿਹੜਾ ਇਹ ਬੰਬ ਦਾ ਨੇਮ ਹੈ ਨਾ, ਮਤਲਬ ਉਹ ਜਿਹੜਾ ਸਿੱਟਿਆ ਸੀਗਾ ਪਰਮਾਣੂ, ਹੈ ਨਾ, ਤਾਂ ਉਹਨੂੰ ਲਿਟਲ ਬੋਆਏ ਦੇ ਨਾਮ ਨਾਲ ਜਾਣਿਆ ਜਾਂਦਾ, ਇਹ ਵੀ ਯਾਦ ਰੱਖਿਓ। ਇਸ ਤੋਂ ਇਲਾਵਾ ਆਪਾਂ ਬਾਕੀ ਦੇ ਆਪਸ਼ਨਸ ਰਿਵਾਈਜ਼ ਕਰ ਲੈਂਦੇ ਹਾਂ। 7 ਅਗਸਤ ਹੈ ਜਿਹੜਾ, ਇਹਨੂੰ ਮਨਾਇਆ ਜਾਂਦਾ ਨੈਸ਼ਨਲ ਹੈਂਡਲੂਮ ਡੇ।
ਨੈਸ਼ਨਲ ਹੈਂਡਲੂਮ ਡੇ ਮਨਾਇਆ ਜਾਂਦਾ ਹੈ। ਹਾਂਜੀ ਜੇ 9 ਅਗਸਤ ਦੀ ਮੈਂ ਗੱਲ ਕਰਾਂ, 9 ਅਗਸਤ ਦੀ ਮੈਂ ਗੱਲ ਕਰਾਂ, ਇੱਥੇ ਆਪਾਂ ਗੱਲ ਕੀਤੀ ਨਾ ਹੀਰੋਸ਼ੀਮਾ ਡੇ ਦੀ, ਇੱਥੇ ਆ ਜਾਊਗਾ ਨਾਗਾਸਾਕੀ ਡੇ, ਨਾਗਾਸਾਕੀ ਡੇ। ਠੀਕ ਹੈ, ਨਾਗਾਸਾਕੀ 'ਤੇ ਵੀ ਸੁੱਟਿਆ ਸੀ, ਉਸ ਤੋਂ ਬਾਅਦ ਬੰਬ ਜਿਹੜਾ ਉਹ ਸੁੱਟਿਆ ਸੀਗਾ ਉਹਨੂੰ ਕਹਿੰਦੇ ਨੇ ਫੈਟ ਮੈਨ, ਇਹ ਵੀ ਤੁਸੀਂ ਯਾਦ ਰੱਖਣਾ। 8 ਅਗਸਤ ਦੀ ਜੇ ਗੱਲ ਕਰੀਏ, 8 ਅਗਸਤ ਨੂੰ ਜਿਹੜਾ ਮਨਾਇਆ ਗਿਆ ਕੁਇਟ ਇੰਡੀਆ ਮੂਵਮੈਂਟ, ਕੁਇਟ ਇੰਡੀਆ ਮੂਵਮੈਂਟ ਡੇ ਮਨਾਇਆ ਗਿਆ, ਇਹ ਵੀ ਤੁਸੀਂ ਕੀ ਇਹਦੇ ਤੋਂ ਯਾਦ ਰੱਖਣਾ। ਕਲੀਅਰ ਹੈ। 78th ਜਿਹੜਾ ਸੀਗਾ ਉਹਦਾ ਐਡੀਸ਼ਨ ਸੀਗਾ, ਇਹ ਵੀ ਯਾਦ ਰੱਖਣਾ। ਅਤੇ 8 ਅਗਸਤ 1942 ਨੂੰ ਭਾਰਤ ਛੱਡੋ ਜਿਹੜਾ ਅੰਦੋਲਨ ਹੈ ਮਨਾਇਆ ਗਿਆ ਸੀਗਾ, ਉਹਦੇ ਕਰਕੇ ਉਹਦੀ ਯਾਦ ਦੇ ਵਿੱਚ ਹੀ ਮਨਾਇਆ ਜਾਂਦਾ, ਔਰ ਉਦੋਂ ਡੂ ਔਰ ਡਾਈ ਦਾ ਜਿਹੜਾ ਨਾਅਰਾ ਹੈ ਦਿੱਤਾ ਗਿਆ ਸੀਗਾ। 9 ਅਗਸਤ ਨੂੰ ਇੱਕ ਹੋਰ ਡੇ ਮਨਾਇਆ ਜਾਂਦਾ, ਵਰਲਡ ਟਰਾਈਬਲ ਡੇ, ਵਰਲਡ ਟਰਾਈਬਲ ਡੇ ਵੀ ਮਨਾਇਆ ਜਾਂਦਾ, ਇਹ ਵੀ ਯਾਦ ਰੱਖਿਓ। ਠੀਕ ਹੈ ਜੀ, ਕਲੀਅਰ ਹੈ। ਅਗਲੇ ਕੁਐਸਚਨ ਦੇ ਸਾਹਮਣੇ ਨੈਕਸਟ ਕੁਐਸਚਨ ਹੈ, ਰੀਸੈਂਟਲੀ ਹੂ ਵਾਜ਼ ਅਪੁਆਇੰਟਡ ਦੀ ਨਿਊ ਚੇਅਰਮੈਨ ਆਫ UPSC। ਰੀਸੈਂਟਲੀ ਕਿਹਨਾਂ ਨੂੰ ਅਪੁਆਇੰਟ ਕੀਤਾ ਗਿਆ ਨਵੇਂ ਚੇਅਰਮੈਨ ਦੇ ਤੌਰ 'ਤੇ UPSC 'ਤੇ। UPSC ਦੀ ਫੁੱਲ ਫਾਰਮ ਹੁੰਦੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ। ਦੈਟ ਇਜ਼ ਆਪਸ਼ਨ ਨੰਬਰ A ਹੈਗਾ ਰਾਜੀਵ ਮਹਿਰਿਸ਼ੀ, ਆਪਸ਼ਨ ਨੰਬਰ B ਹੈਗਾ ਪ੍ਰਦੀਪ ਕੁਮਾਰ ਜੋਸ਼ੀ, ਆਪਸ਼ਨ ਨੰਬਰ C ਸੋਮਾ ਮੰਡਲ, ਜਾਂ ਫਿਰ ਆਪਸ਼ਨ ਨੰਬਰ D ਦੈਟ ਇਜ਼ ਹਰਸ਼ ਕੁਮਾਰ ਬਨਵਾਲਾ। ਹਾਂਜੀ ਇਹਦਾ ਕਰੈਕਟ ਆਨਸਰ ਹੋਊਗਾ ਆਪਸ਼ਨ ਨੰਬਰ B, ਆਪਸ਼ਨ ਨੰਬਰ B ਦੈਟ ਇਜ਼ ਪ੍ਰਦੀਪ ਕੁਮਾਰ ਜੋਸ਼ੀ। ਇਹਨਾਂ ਨੂੰ ਹੀ ਬਣਾਇਆ ਗਿਆ UPSC ਦੇ ਨਵੇਂ ਚੇਅਰਮੈਨ ਅਪੁਆਇੰਟ ਕੀਤੇ ਗਏ ਹੈ। ਠੀਕ ਹੈ, ਅਰਵਿੰਦ ਸਕਸੇਨਾ ਦੀ ਜਗ੍ਹਾ 'ਤੇ ਕੀਤੇ ਗਏ। UPSC ਤੋਂ ਯਾਦ ਰੱਖੀ 1926 ਦੇ ਵਿੱਚ ਫਾਊਂਡ ਹੋਇਆ ਸੀ। ਹੈੱਡਕੁਆਟਰ ਕੀ ਹੈ ਇਹਦਾ ਨਿਊ ਦਿੱਲੀ ਦੇ ਵਿੱਚ ਹੈ। ਠੀਕ ਹੈ, ਰਾਜੀਵ ਮਹਿਰਿਸ਼ੀ ਤੋਂ ਤੁਸੀਂ ਰਿਵਾਈਜ਼ ਕਰ ਸਕਦੇ ਹੋ, ਆਪਣੇ ਨਵੇਂ ਕੈਗ ਬਣਾਏ ਗਏ ਨੇ। ਠੀਕ ਹੈ, ਇਨ ਪਲੇਸ ਆਫ ਮਤਲਬ ਕੀ ਹੈ, ਰਾਜੀਵ ਮਹਿਰਿਸ਼ੀ ਤੋਂ ਕੀ ਯਾਦ ਰੱਖਣਾ ਤੁਸੀਂ, ਜਿਹੜੇ ਆਪਣੇ ਨਵੇਂ ਕੈਗ ਬਣਾਏ ਗਏ ਨੇ ਨਾ ਉਹਨਾਂ ਦਾ ਨਾਮ ਹੈਗਾ ਗਿਰੀਸ਼ ਚੰਦਰ ਮੁਰਮੂ, ਔਰ ਉਹ ਕਿਹਦੀ ਜਗ੍ਹਾ ਦੇ ਉੱਤੇ ਬਣਾਏ ਗਏ ਨੇ, ਉਹ ਰਾਜੀਵ ਮਹਿਰਿਸ਼ੀ ਦੀ ਜਗ੍ਹਾ ਦੇ ਉੱਤੇ ਬਣਾਏ ਗਏ ਨੇ। ਇਹਨੂੰ ਤੁਸੀਂ ਯਾਦ ਰੱਖ ਲਿਓ। ਕਲੀਅਰ ਹੈ। ਸੋਮਾ ਮੰਡਲ ਨੇ ਜਿਹੜੇ ਇਹ ਨੈਕਸਟ ਚੇਅਰਪਰਸਨ ਲਾਏ ਨੇ ਸਟੀਲ ਅਥਾਰਟੀ ਆਫ ਇੰਡੀਆ ਮਤਲਬ ਸੇਲ ਦੇ, ਅਤੇ ਹਰਸ਼ ਕੁਮਾਰ ਬਨਵਾਲਾ ਇਹ ਨਿਊ ਐਗਜ਼ੀਕਿਊਟਿਵ ਚੇਅਰਮੈਨ ਲਾਏ ਨੇ ਕਿਹਦੇ, ਕੈਪੀਟਲ ਇੰਡੀਆ ਫਾਈਨਾਂਸ ਦੀ। ਇੰਨੀ ਕੁ ਇਨਫੋਰਮੇਸ਼ਨ ਇੱਥੇ ਤੁਸੀਂ ਸਾਰਿਆਂ ਤੋਂ ਯਾਦ ਰੱਖਣੀ ਹੈ। ਹਾਂਜੀ ਲਾਸਟ ਕੁਐਸਚਨ ਹੈ ਆਪਣਾ, ਸਵੱਛ ਭਾਰਤ ਰੈਵੋਲਿਊਸ਼ਨ ਬੁੱਕ ਰੋਟ ਬਾਈ। ਜਿਹੜੀ ਸਵੱਛ ਭਾਰਤ ਰੈਵੋਲਿਊਸ਼ਨ ਬੁੱਕ ਹੈ ਇਹ ਕਿਹਦੇ ਦੁਆਰਾ ਲਿਖੀ ਗਈ ਹੈ, ਇਹ ਕੁਐਸਚਨ ਹੈ ਆਪਣਾ। ਆਪਸ਼ਨ ਨੰਬਰ A ਦੈਟ ਇਜ਼ ਨਿਰੂਪਮਾ ਯਾਦਵ, ਆਪਸ਼ਨ ਨੰਬਰ B ਦੈਟ ਇਜ਼ ਯਤੀਸ਼ ਯਾਦਵ, ਆਪਸ਼ਨ ਨੰਬਰ C ਪਰਮੇਸ਼ਵਰਨ ਅਈਅਰ, ਅਤੇ ਆਪਸ਼ਨ ਨੰਬਰ D ਵਿਜੇ ਕੁਮਾਰ ਯਾਦਵ। ਹਾਂਜੀ ਇਹਦਾ ਕਰੈਕਟ ਆਨਸਰ ਆਊਗਾ ਆਪਸ਼ਨ ਨੰਬਰ C ਦੈਟ ਇਜ਼ ਪਰਮੇਸ਼ਵਰਨ ਅਈਅਰ, ਇਹਨਾਂ ਦੁਆਰਾ ਹੀ ਲਿਖੀ ਗਈ ਹੈ। ਹਾਂਜੀ ਸਵੱਛ ਭਾਰਤ ਕ੍ਰਾਂਤੀ, ਸਵੱਛ ਭਾਰਤ ਕ੍ਰਾਂਤੀ ਇਹ ਬੁੱਕ ਆਈ ਸੀ ਹੁਣੇ, ਇਹਦਾ ਹਿੰਦੀ ਟਰਾਂਸਲੇਸ਼ਨ ਆਇਆ ਸੀਗਾ, ਮਤਲਬ ਕਿ ਆਹ ਬੁੱਕ ਦਾ ਹਿੰਦੀ ਟਰਾਂਸਲੇਸ਼ਨ ਸੀਗਾ ਆਵਲਾ ਸਵੱਛ ਭਾਰਤ ਕ੍ਰਾਂਤੀ। ਠੀਕ ਹੈ, ਜਿਹਨੂੰ ਕਿ ਇਸ ਬੁੱਕ ਨੂੰ ਗਜਿੰਦਰ ਸਿੰਘ ਸ਼ੇਖਾਵਤ ਅਤੇ ਸਮ੍ਰਿਤੀ ਇਰਾਨੀ ਨੇ ਲਾਂਚ ਕੀਤਾ ਸੀਗਾ। ਠੀਕ ਹੈ, ਇਸ ਤੋਂ ਇਲਾਵਾ ਜਿਹੜੇ ਬਾਕੀ ਦੇ ਆਪਸ਼ਨਸ ਮੈंने ਇਨਕਲੂਡ ਕੀਤੇ ਨੇ ਵੀ ਬੁੱਕਸ ਤੋਂ ਹੀ ਨੇ। ਨਿਰੂਪਮਾ ਯਾਦਵ ਦੀ ਬੁੱਕ ਆਈ ਸੀਗੀ ਦੈਟ ਇਜ਼ ਸਪੈਸ਼ਲ ਕੋਡ ਟੂ ਵਿਨ, ਸਪੈਸ਼ਲ ਕੋਡ ਟੂ ਵਿਨ ਇਹਨਾਂ ਦੀ ਬੁੱਕ ਸੀ। ਉਸ ਤੋਂ ਬਾਅਦ ਯਤੀਸ਼ ਯਾਦਵ ਦੀ ਬੁੱਕ ਆਈ ਸੀ ਰॉ ਅ ਹਿਸਟਰੀ ਆਫ ਇੰਡੀਆਜ਼ ਕੋਵਰਟ ਆਪਰੇਸ਼ਨਸ। ਲਾਸਟ ਜਿਹੜਾ ਆਪਸ਼ਨ ਮੈਂ ਇਨਕਲੂਡ ਕੀਤਾ ਵਿਜੇ ਕੁਮਾਰ ਚੌਧਰੀ, ਇਹਨਾਂ ਦੀ ਬੁੱਕ ਆਈ ਸੀ ਜੀ ਮੈਂਬਰਸ਼ਿਪ ਇਨ ਪੋਲੀਟਿਕਸ। ਠੀਕ ਹੈ, ਤਾਂ ਮਤਲਬ ਕੀ ਹੈ ਚਾਰੇ ਦੇ ਚਾਰੇ ਆਪਸ਼ਨਸ ਤੁਸੀਂ ਕੀ ਰਿਵਾਈਜ਼ ਕਰ ਸਕਦੇ ਹੋ, ਬੁੱਕਸ ਸਾਰੀਆਂ ਤੁਹਾਡੀਆਂ। ਹਾਂਜੀ ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਇਹ ਸੀ ਆਪਣੇ MCQs। ਆਈ ਹੋਪ ਤੁਹਾਨੂੰ MCQs ਨਾਲ ਵਧੀਆ ਤਰੀਕੇ ਨਾਲ ਜਿਹੜੀ ਤੁਹਾਡੀ ਰਿਵੀਜ਼ਨ ਹੈ ਉਹ ਹੋਊਗੀ, ਕਿਉਂਕਿ 1 ਤੋਂ 15 ਤੱਕ ਆਪਾਂ ਕਰੰਟ ਅਫੇਅਰਸ ਪਹਿਲਾਂ ਹੀ ਕਰਾ ਚੁੱਕੇ ਹਾਂ, ਅਤੇ ਉਹਨਾਂ ਦੇ ਵਿੱਚੋਂ ਹੀ ਇੰਪੋਰਟੈਂਟ ਕੁਐਸਚਨ ਸੀਗੇ ਜਿਹੜੇ ਇੱਕ ਅਲੱਗ ਤੋਂ ਵੀਡੀਓ ਦੇ ਵਿੱਚ ਇਨਕਲੂਡ ਕੀਤੇ ਗਏ ਆ। ਕਮੈਂਟਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ। ਠੀਕ ਹੈ, ਅਤੇ ਕਿਹਦੇ ਕਿੰਨੇ ਮਾਰਕਸ ਆਏ 25 ਦੇ ਵਿੱਚੋਂ, ਜ਼ਰੂਰ ਨੋਟ ਡਾਊਨ ਕਰਕੇ ਮੈਨੂੰ ਜ਼ਰੂਰ ਦੱਸਿਓ ਕਮੈਂਟਸ ਦੇ ਵਿੱਚ। ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਆਪਣੇ ਗਰੁੱਪਸ ਦੇ ਵਿੱਚ। ਹਾਂਜੀ ਅਤੇ ਲਾਸਟ 'ਤੇ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਅਨਅਕੈਡਮੀ 'ਤੇ ਲਾਈਵ ਕਲਾਸਿਸ ਹੁੰਦੀਆਂ ਨੇ ਫਨਕਾਰ ਸਰ ਦੀਆਂ, ਔਰ ਇਹ ਉਹਨਾਂ ਦਾ ਮੋਬਾਈਲ ਨੰਬਰ ਹੈ। ਅਗਰ ਕਿਸੇ ਨੂੰ ਡਾਊਟ ਵਗੈਰਾ ਹੋਵੇ ਕੁਝ ਤਾਂ ਇਹਨਾਂ ਤੋਂ ਤੁਸੀਂ ਕਲੀਅਰ ਨੰਬਰ 'ਤੇ ਕੰਟੈਕਟ ਕਰਕੇ ਕਰ ਸਕਦੇ ਹੋ। ਡਿਸਕ੍ਰਿਪਸ਼ਨ ਬਾਕਸ ਹੈ ਜਿਹੜਾ ਆਪਣਾ ਉਹ ਜ਼ਰੂਰ ਇੱਕ ਵਾਰ ਚੈੱਕਆਊਟ ਕਰ ਲਿਓ। ਹਾਂਜੀ ਥੈਂਕ ਯੂ ਸੋ ਮੱਚ। ਇਸੇ ਤਰੀਕੇ ਨਾਲ ਹੀ ਆਪਾਂ ਜਦੋਂ ਮੰਨ ਲਓ 16 ਅਗਸਤ ਤੋਂ ਲੈ ਕੇ ਅਗਸਤ ਦੇ ਐਂਡ ਤੱਕ ਆਪਾਂ ਨੇ ਕਰ ਲਿਆ ਨਿਊਜ਼, ਉਸ ਤੋਂ ਬਾਅਦ ਇੱਕ ਇੱਦਾਂ ਹੀ MCQs ਦੀ ਵੀਡੀਓ ਦੁਬਾਰਾ ਤੋਂ ਆਊਗੀ ਜਿਹਦੇ ਨਾਲ ਤੁਹਾਡੀ ਜਿਹੜੀ ਰਿਵੀਜ਼ਨ ਹੈ ਬਹੁਤ ਵਧੀਆ ਤਰੀਕੇ ਨਾਲ ਹੁੰਦੀ ਰਹੂਗੀ। ਥੈਂਕ ਯੂ ਸੋ ਮੱਚ।